ਨਾਨਕ ਸਾਚੇ ਬਾਣ ਜੋ ਪ੍ਰਾਨੀ ਨਿਸ ਦਿਨ ਭਜੈ ਰੂਪ ਰਾਮ ਤਿਹ ਜਾਨ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੇ ਮਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਦਮ ਸਨਮਾਨਯੋਗ ਸ਼ਬਦ ਸ਼ਤਰ ਤਖਤ ਦੇ ਮਾਲਕ ਹਾਜ਼ਰ ਨਾਜ਼ਰ ਸਤਿਗੁਰੂ ਪ੍ਰਗਟ ਗੁਰਾਂ ਕੀ ਦੇ ਦਸ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਦਸ਼ਮੇਸ਼ ਪਿਤਾ ਸਰਬੰਸ ਦਾਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤਿਨਾਂ ਦੇ ਚਰਨ ਛੂਹ ਪ੍ਰਾਪਤ ਅਸਥਾਨ ਗੁਰਦੁਆਰਾ ਗੁਰੂਸਰ ਸ੍ਰੀ ਜਾਪਜੀ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਔਰ ਨਿਵਾਜੀ ਹੋਈ ਸਾਧ ਸੰਗਤ ਬਹੁਤ ਵਡਭਾਗੇ ਹੋ ਜਿਨ੍ਹਾਂ ਨੇ ਇਸ ਤੋਂ ਪਹਿਲਾਂ ਕੀਰਤਨ 'ਚ ਹਾਜ਼ਰੀ ਭਰ ਕੇ ਲਾਹੇ ਪ੍ਰਾਪਤ ਕੀਤੇ ਹਨ। ਬੜੇ ਪਿਆਰ ਸਤਿਕਾਰ ਸਹਿਤ ਆਸਾ ਕੀ ਵਾਰ ਦਾ ਕੀਰਤਨ ਆਪ ਜੀਆਂ ਦੇ ਸਰਵਣ ਕੀਤੇ ਉਪਰੰਤ ਚੱਲ ਰਹੀ ਲੜੀਵਾਰ ਵਾਰਾਂ ਦੀ ਵਧੀਕ ਬਾਣੀ ਦੇ ਅੰਦਰੋਂ ਸ਼ਲੋਕ ਮਹੱਲਾ 9ਵਾਂ ਦੇ ਸਰਲੇਖ ਹੇਠ ਭੋਗ ਦੇ ਸ਼ਲੋਕਾਂ ਦੀ ਕਥਾ ਸੰਗਤਾਂ ਲੜੀਵਾਰ ਸਰਵਣ ਕਰਦੀਆਂ ਆ ਰਹੀਆਂ। ਅੱਜ ਦੇ ਦੀਵਾਨਾਂ 'ਚ ਆਪਾਂ ਨੇ 29 ਨੰਬਰ ਸ਼ਲੋਕ ਦੀ ਵਿਚਾਰ ਜਿਹੜੀ ਹੈ ਉਹ ਕਰਨੀ ਹੈ। ਸਤਿਗੁਰੂ ਜੋ ਬਖਸ਼ਿਸ਼ ਵਰਤਾ ਰਹੇ ਨੇ, ਜੋ ਬਚਨ ਸਾਡੇ ਨਾਲ ਸਾਂਝੇ ਕਰਨ ਜਾ ਰਹੇ ਨੇ, ਅਸੀਂ ਧਿਆਨ ਨਾਲ ਸੁਣ ਸਕੀਏ, ਸਮਝ ਸਕੀਏ ਔਰ ਸਤਿਗੁਰਾਂ ਦੇ ਪਾਵਨ ਉਪਦੇਸ਼ ਦੀ ਕਮਾਈ ਵੀ ਕਰ ਸਕੀਏ। ਇਸ ਆਸ ਦੇ ਨਾਲ ਗੁਰੂ ਚਰਨਾਂ 'ਚ ਹਾਜ਼ਰੀ ਲਵਾਈਏ, ਕੋਈ ਰਸਨਾ ਵਿਰਵੀ ਵਾਂਝੀ ਨਾ ਰਹੇ। ਰਲ ਮਿਲ ਕੇ ਉਚਾਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਜੋ ਪ੍ਰਾਨੀ ਨਿਸ ਦਿਨ ਭਜੈ ਰੂਪ ਰਾਮ ਤਿਹ ਜਾਨ। ਸਤਿਗੁਰੂ ਬਖਸ਼ਿਸ਼ ਕਰਦੇ ਹੈ ਜੋ ਪ੍ਰਾਨੀ। ਜੋ ਪ੍ਰਾਨੀ ਜਦੋਂ ਸ਼ਬਦ ਆਉਂਦਾ ਉਦੋਂ ਸਾਰਿਆਂ ਵਾਸਤੇ ਸਾਂਝੀ ਗੱਲ ਬਣ ਜਾਂਦੀ ਹੈ। ਸ਼ਬਦ ਬਹੁਤ ਵਾਰੀ ਪੜ੍ਹਿਆ ਸੁਣਿਆ, ਜੋ ਨਾਦ ਦੁੱਖ ਮੈਂ ਦੁੱਖ ਨਹੀਂ ਮੰਨਦਾ। ਜੋ ਨਰ ਜਾਂ ਜੋ ਪ੍ਰਾਨੀ, ਪ੍ਰਾਨੀ ਦਾ ਅਰਥ ਮਨੁੱਖ ਹੈ, ਆਦਮੀ ਹੈ, ਬੰਦਾ ਹੈ। ਨਿਸ ਦਿਨ ਭਜੈ, ਨਿਸ ਰਾਤ ਦਿਨ ਦਿਨ। ਮਹਾਰਾਜ ਨੇ ਬਚਨ ਕਹੇ, ਜਿਹੜਾ ਵੀ ਮਨੁੱਖ ਦਿਨ ਰਾਤ ਪਰਮਾਤਮਾ ਨੂੰ ਜਪਦਾ ਹੈ, ਭਜੇ ਦਾ ਅਰਥ ਉਹਦਾ ਭਜਨ ਕਰਦਾ ਹੈ। ਭਜ ਮਨ ਮੇਰੇ ਏਕੋ ਨਾਮ, ਜਿਹੜਾ ਜੁੜ ਜਾਂਦਾ ਹੈ।
ਮਹਾਰਾਜ ਨੇ ਬਚਨ ਕਹਿ ਦਿੱਤੇ, ਰੂਪ ਰਾਮ ਤੇ ਜਾਣ, ਉਹਨੂੰ ਰਾਮ ਦਾ ਰੂਪ ਜਾਣੋ। ਰਾਮ ਦਾ ਅਰਥ ਰਮਿਆ ਹੋਇਆ, ਉਹ ਪ੍ਰਮਾਤਮਾ ਵਾਹਿਗੁਰੂ, ਪ੍ਰਭੂ ਕਹਿ ਲਓ, ਉਹਨੂੰ ਅੱਲਾ ਕਹਿ ਲਓ। ਉਹਦਾ ਰੂਪ ਹੋ ਜਾਂਦਾ ਹੈ ਜਿਹੜਾ ਦਿਨ ਰਾਤ ਵਾਹਿਗੁਰੂ ਨੂੰ ਜਪਦਾ ਹੈ। ਆਪਾਂ ਨੇ ਬਹੁਤ ਵਾਰੀ ਬਚਨ ਪੜ੍ਹੇ, ਹਾਰ ਜਨ ਦੋਏ ਏਕ ਹੈ। ਜਿਹੜੇ ਦਿਨ ਰਾਤ ਉਹਦੇ ਨਾਲ ਜੁੜ ਜਾਂਦੇ, ਹਰ ਤੇ ਹਰ ਦਾ ਜਨ ਇੱਕ ਹੋ ਜਾਂਦੇ ਆ। ਬਿਬ ਵਿਚਾਰ ਕਾ ਸ਼ਨਾ, ਇਹਦੇ ਚ ਕੋਈ ਵਿਚਾਰ ਦੋ ਰਾਇਆ ਨਹੀਂ ਹੈ। ਜਿਨ ਹਰ ਜਪਿਆ ਸੇ ਹਰ ਹੋਏ, ਜਿਨ ਮਿਲਿਆ ਕੇਲ ਕਲਾਲੀ। ਜਿਨ ਹਰ ਜਪਿਆ, ਜਿਨ੍ਹਾਂ ਨੇ ਜੋ ਪ੍ਰਾਨੀ ਨਿਸ ਦਿਨ ਭਜੈ, ਹਰ ਹਰ ਜਨ ਦੋਏ ਏਕ ਹੈ। ਬਿਬ ਵਿਚਾਰ ਕਿਛ ਨਾਹੀ, ਜਲ ਤੇ ਉਪਜ ਤਰੰਗ ਜਿਉ। ਤਰੰਗਾਂ ਨਹੀਂ ਜਲ ਦੇ ਵਿੱਚੋਂ ਪੈਦਾ ਹੁੰਦੀਆਂ, ਜਲ ਹੀ ਵਿਖੇ ਸਮਾਏ, ਫਿਰ ਜਲ ਦੇ ਵਿੱਚ ਸਮਾ ਜਾਂਦੀਆਂ। ਇਤਨਾ ਹਰ ਦਾ ਜਨ ਹਰ ਵਰਗਾ ਹੋ ਜਾਂਦਾ। ਉਹ ਤਰੰਗਾਂ ਸਮੁੰਦਰ ਤੋਂ ਅਲੱਗ ਨਹੀਂ ਹੈ, ਸਮੁੰਦਰ ਚੋਂ ਪੈਦਾ ਹੋਈਆਂ, ਸਮੁੰਦਰ ਦਾ ਹੀ ਰੂਪ ਬਣ ਜਾਂਦੀਆਂ। ਜਿਹੜਾ ਮਨੁੱਖ ਦਿਨ ਰਾਤ ਉਸ ਵਾਹਿਗੁਰੂ ਨੂੰ ਜਪਦਾ, ਉਹਦੀ ਇਬਾਦਤ ਕਰਦਾ, ਮਹਾਰਾਜ ਕਹਿੰਦੇ ਉਹਦਾ ਰੂਪ ਹੀ ਹੋ ਜਾਂਦਾ। ਗੁਰੂ ਨਾਨਕ ਸਾਹਿਬ ਮਹਾਰਾਜ ਆਏ, ਸੰਸਾਰ ਨੇ ਰੱਬ ਕਰਕੇ ਪੂਜਿਆ। ਗੁਰੂ ਨਾਨਕ ਸਾਹਿਬ ਮਹਾਰਾਜ ਤੇ ਰੱਬ 'ਚ ਕੋਈ ਅੰਤਰ ਨਹੀਂ ਸੀ। ਭੱਟ ਸਾਹਿਬਾਨਾਂ ਨੇ ਕਿਹਾ, ਆਪ ਨਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇ। ਵੀ ਰੱਬ ਰੂਪ ਸਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ। ਹੁਣ ਗੁਰੂ ਸਾਹਿਬ ਤੇ ਰੱਬ ਰੂਪ ਹਨ। ਉਹਨਾਂ ਦੇ ਨਾਲ ਭਾਈ ਪ੍ਰਧਾਨਾ ਜੀ ਹੈ। ਪਹਿਲਾਂ ਕਿਸੇ ਬੰਦਿਆਂ ਦੀ, ਰਾਜਿਆਂ ਦੀ ਉਸਤਤ ਗਾਉਣ ਵਾਲੇ, ਮਹਾਰਾਜ ਨੇ ਇੱਕ ਦਿਨ ਬਾਂਹ ਪਕੜ ਕੇ ਕਿਹਾ, ਪ੍ਰਧਾਨਿਆ ਜਿਨ੍ਹਾਂ ਦੀ ਉਸਤਤ ਗਾਉਣਾ ਹੈ ਨਾ, ਇਹਨਾਂ ਨੇ ਤੈਨੂੰ ਤ੍ਰਿਪਤ ਕੋ ਨਹੀਂ ਉਹ ਕਰਨਾ। ਉਹ ਕਈ ਇਤਿਹਾਸਕਾਰਾਂ ਨੇ ਬਚਨ ਕਹੇ ਵੀ ਉਹ ਭਾਈ ਪ੍ਰਧਾਨਾ ਜੀ ਦੇ ਜਿਹੜੇ ਮਾਤਾ ਪਿਤਾ ਸੀ ਨਾ, ਉਹਨਾਂ ਦੇ ਘਰੇ ਕੋਈ ਬੱਚਾ ਪੈਦਾ ਹੋ ਜਾਂਦਾ ਸੀ ਤੇ ਉਹਦੀ ਮੌਤ ਹੋ ਜਾਂਦੀ ਸੀ, ਮੌਤ। ਤੇ ਹੁਣ ਮਾਂ ਪਿਓ ਵਾਸਤੇ ਬੜਾ ਵੱਡਾ ਦੁੱਖ ਹੈ ਵੀ ਕਿਸੇ ਦੇ ਘਰੇ ਕੋਈ ਗਰਭ 'ਚ ਬੱਚਾ ਖਤਮ ਹੋ ਗਿਆ, ਕੋਈ ਜਨਮ ਲੈਂਦਿਆਂ ਖਤਮ ਹੋ ਗਿਆ, ਕੋਈ 2-4 ਮਹੀਨੇ ਕੱਢ ਕੇ ਖਤਮ ਹੋ ਗਿਆ। ਮਾਂ ਪਿਓ ਵਾਸਤੇ ਬੜਾ ਦੁੱਖ ਹੈ। ਜਦੋਂ ਭਾਈ ਪ੍ਰਧਾਨਾ ਜੀ ਦਾ ਜਨਮ ਹੋਇਆ ਨਾ, ਇਹਨਾਂ ਦਾ ਜਨਮ ਠੀਕ ਹੋ ਗਿਆ, ਤੇ ਹੁਣ ਮਾਂ ਪਿਓ ਨੂੰ ਕਿਤੇ ਨਾ ਕਿਤੇ ਸੀ ਵੀ ਬਚਣਾ ਇਹਨੇ ਵੀ ਕੋਈ ਨਹੀਂ ਹੈ। ਕਈ ਇਤਿਹਾਸਕਾਰਾਂ ਨੇ ਗੱਲ ਕਹੀ ਵੀ ਉਹਨਾਂ ਨੂੰ ਐ ਸੀ ਬਚਣਾ ਨੇ। ਫਿਰ ਉਹਨਾਂ ਨੇ ਨਾਂ ਪਤਾ ਕੀ ਰੱਖਿਆ, ਉਹਨਾਂ ਨਾਂ ਰੱਖਿਆ ਮਰ ਜਾਣਾ। ਉਹ ਵੀ ਇਹਨੇ ਵੀ ਚੁਰ ਜਾਣਾ, ਨਾ ਹੀ ਇਹੋ ਜਿਹਾ ਰੱਖ ਲਿਆ ਵੀ ਇਹਦੇ ਜਾਣ ਦਾ ਦੁੱਖ ਹੀ ਨਾ ਲੱਗੇ। ਅਸਲ ਦੇ ਅੰਦਰ ਨਾ ਅਸੀਂ ਦੁਖੀ ਉਦੋਂ ਹੁੰਦੇ ਆ ਜਦੋਂ ਕਿਸੇ ਦੇ ਜਾਣ ਬਾਰੇ ਅਸੀਂ ਨਹੀਂ ਸੋਚਦੇ ਆ ਵੀ ਇਹਨੇ ਚਲੇ ਜਾਣਾ। ਜਦ ਥੋੜਾ ਸਾਥ ਹੈ ਸਾਡਾ, ਜਾਂ ਉਹ ਮਹਾਰਾਜ ਨੇ ਬਚਨ ਤੇ ਸੋਠ ਰਾਗ ਦੀ ਰਮਤਾ ਚ ਇਹ ਕਹੇ, ਸਨ ਸਭਨਾ ਮਰਨਾ ਆਇਆ ਵੇਛੋੜਾ ਸਭਨਾ। ਮਹਾਰਾਜ ਕਹਿੰਦੇ ਮੌਤ ਸਾਰਿਆਂ ਨੂੰ ਨਹੀਂ, ਸਾਡਾ ਵਿਛੋੜਾ ਪੈਣਾ। ਮਹਾਰਾਜ ਨੇ ਕਿਹਾ ਤੇ ਹੈ, ਕਮਾਇਆ ਕਿੰਨਿਆਂ ਕੁ ਨੇ, ਜਾਣ ਕਿੰਨਿਆਂ ਕੁ ਨੇ ਲਿਆ ਵੀ ਭਾਈ ਮੌਤ ਤੁਰ ਗਏ ਨੇ। ਸੇਖ ਹਜ਼ਾਤੀ ਜਗ ਨਾ ਕੋਈ ਥਿਰ ਰਹਿਆ, ਜਿਸ ਆਸਣ ਹਮ ਬੈਠੇ ਕੇਤੇ ਬੈਸ ਗਿਆ। ਕੇਤੇ ਬੈਸ ਗਿਆ, ਤੇ ਜਿਸ ਆਸਣ ਤੇ ਅਸੀਂ ਬੈਠੇ ਅਸੀਂ ਵੀ ਚਲੇ ਜਾਣਾ। ਮਹਾਰਾਜ ਤੇ ਕਹਿੰਦੇ ਜਨਮ ਤੋਂ ਪਹਿਲਾਂ ਮੌਤ ਲਿਖੀ ਹੈ। ਮਰਨ ਲਿਖਾਏ, ਮਰਨਾ ਲਿਖਾ ਕੇ ਮੰਡਣ ਮੈਂ ਫਿਰ ਸੰਸਾਰ ਤੇ ਆਇਆ। ਤੇ ਰੱਬ ਨੇ ਜਿੰਨੇ ਸਵਾਸ ਜਿਤਨਾ ਸਮਾਂ ਲਿਖ ਦਿੱਤਾ, ਉਹਨਾਂ ਚਿਰ ਹੀ ਅਸੀਂ ਸੰਸਾਰ ਤੇ ਰਹਿਣਾ। ਉਹ ਨਾਮ ਰੱਖ ਦਿੱਤਾ ਮਰ ਜਾਣਾ, ਵੀ ਇਹਨੇ ਵੀ ਤੁਰ ਜਾਣਾ। ਚਲੋ ਦੁੱਖ ਤਾਂ ਨਾ ਲੱਗੇ ਇਹਦੇ ਜਾਣ ਦਾ। ਗੁਰੂ ਨਾਨਕ ਸਾਹਿਬ ਨਾਲ ਮਹਾਰਾਜ ਨਾਲ ਮੇਲ ਹੋਇਆ, ਤੇ ਉਹ ਮਹਾਰਾਜ ਨੇ ਉਹ ਮਾਤਾ ਪਿਤਾ ਨੂੰ, ਭਾਈ ਪ੍ਰਧਾਨੇ ਨੂੰ ਕਹਿੰਦੇ ਮਿਲੇ, ਪੁੱਛ ਲਿਆ ਵੀ ਇਹਦਾ ਨਾਂ ਇਹੋ ਜਿਹਾ ਕਿਉਂ। ਕਹਿੰਦੇ ਜੀ ਅੱਗੇ ਐਂ ਹੀ ਤੁਰ ਕੇ ਅਸੀਂ ਆਖਿਆ ਵੀ ਇਹਨੇ ਵੀ ਦੁੱਖ ਨਾ ਲੱਗੇ। ਮਹਾਰਾਜ ਨੇ ਕਿਹਾ ਜਿਹਨੂੰ ਤੁਸੀਂ ਕਹਿ ਦਿੱਤਾ ਨਾ ਮਰ ਜਾਣਾ, ਇਹਨੇ ਕਦੇ ਵੀ ਨਹੀਂ ਜੇ ਮਰਨਾ। ਮਹਾਰਾਜ ਨੇ ਜਿਹੜੇ ਬਚਨ ਕਹੇ ਗੁਰੂ ਨਾਨਕ ਸਾਹਿਬ ਨੇ, ਤੁਸੀਂ ਕਿਹਾ ਮਰ ਜਾਣਾ, ਇਹ ਮਰਦਾਨਾ ਹੈ, ਜਾਂ ਇਹਦਾ ਅਰਥ ਕਰਦੇ ਮਰਦਾ ਨਾ, ਇਹ ਕਦੇ ਨਹੀਂ ਜੇ ਮਰਦਾ। ਤੇ ਭਾਈ ਗੁਰਦਾਸ ਜੀ ਨੇ ਫਿਰ ਕਿਹਾ, ਜਦੋਂ ਮਹਾਰਾਜ ਬਗਦਾਦ ਚ ਗਏ,
ਮਹਾਰਾਜ ਨੇ ਕਿਹਾ ਭਾਈ ਮਰਦਾਨਾ ਜੀ ਲੋਕ ਸਾਨੂੰ ਨਹੀਂ ਯਾਦ ਰੱਖਣਗੇ ਵੀ ਅਸੀਂ ਇੱਥੇ ਆਏ ਸਾਂ। ਮਹਾਰਾਜ ਨੇ ਉੱਥੇ ਸ਼ਬਦ ਭਾਈ ਗੁਰਦਾਸ ਜੀ ਨੇ ਵਰਤੇ, ਇੱਕ ਬਾਬਾ ਅਕਾਲ ਰੂਪ। ਬਾਬਾ ਨਾਨਕ ਤੇ ਹੈ ਹੀ ਅਕਾਲ ਰੂਪ, ਉਹ ਰੱਬ ਰੂਪ ਹੈ। ਦੂਜਾ ਰਬਾਬੀ ਮਰਦਾਨਾ, ਕਹਿੰਦੇ ਦੂਸਰਾ ਰਬਾਬੀ ਮਰਦਾਨਾ ਉਹ ਅਮਰ ਹੋ ਗਿਆ ਜੀ ਭਾਈ ਮਰਦਾਨਾ। ਜਦੋਂ ਵਿਸ਼ਵ ਦੇ ਅੰਦਰ, ਸੰਸਾਰ ਦੇ ਅੰਦਰ ਕਿਸੇ ਦੀ ਮਿੱਤਰਤਾ ਦੀ ਗੱਲ ਕਰਾਂਗੇ ਤੇ ਸਭ ਤੋਂ ਵੱਡੀ ਉਦਾਹਰਨ ਹੈ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨੇ ਦੀ ਮਿੱਤਰਤਾ। ਇੱਕ ਬੇਦੀ ਕੁੱਲ ਚ ਪੈਦਾ ਹੋਇਆ, ਪਟਵਾਰੀ ਦਾ ਪੁੱਤਰ ਗੁਰੂ ਨਾਨਕ ਸਾਹਿਬ ਮਹਾਰਾਜ ਕੋਈ ਗਰੀਬ ਨਹੀਂ ਹੈ। ਇੱਕ ਘਰ ਘਰ ਜਾ ਕੇ ਝੂਠੀ ਉਸਤਤ ਕਰਕੇ ਮੰਗ ਕੇ ਖਾਣ ਵਾਲਾ ਭਾਈ ਮਰਦਾਨਾ। ਦੋਸਤੀ ਬਹੁਤੇ ਕਹਿੰਦੇ ਬਰਾਬਰ ਦਿਆਂ ਚ ਨਿਭਦੀ ਹੈ, ਪਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇੱਕ ਮਰਾਸੀ ਨਾਲ ਦੋਸਤੀ ਨਿਭਾਈ ਹੈ। ਜੇ ਕਿਸੇ ਨੇ ਪੁੱਛਿਆ ਵੀ ਤੁਹਾਡਾ ਕੌਣ, ਤੇ ਮਹਾਰਾਜ ਨੇ ਇਹ ਨਹੀਂ ਕਿਹਾ ਵੀ ਮੇਰਾ ਸੇਵਾਦਾਰ ਹੈ, ਇਹ ਸਾਡਾ ਸਿੱਖ ਹੈ, ਇਹ ਸੇਵਕ ਹੈ। ਜਾਂ ਮਹਾਰਾਜ ਨੇ ਸ਼ਬਦ ਵਰਤਿਆ, ਕਿਸੇ ਨੇ ਪੁੱਛਿਆ ਜੀ ਆ ਤੁਹਾਡੇ ਨਾਲ ਕੌਣ ਹੈ, ਤੇ ਮਹਾਰਾਜ ਨੇ ਕਿਹਾ ਇਹ ਸਾਡੇ ਨਾਲ ਸਾਡਾ ਭਾਈ ਹੈ, ਇਹ ਮੇਰਾ ਭਰਾ ਆ। ਅਸੀਂ ਭਾਈ ਮਰਦਾਨਾ ਸ਼ਬਦ ਵਰਤਦੇ, ਕਦੀ ਕਿਸੇ ਨੇ ਸਿੱਖ ਮਰਦਾਨਾ ਨਹੀਂ ਕਿਹਾ, ਸੇਵਕ ਮਰਦਾਨਾ ਨਹੀਂ ਕਿਹਾ, ਦਾਸ ਮਰਦਾਨਾ ਨਹੀਂ ਕਿਹਾ। ਮਹਾਰਾਜ ਨੇ ਕਿਹਾ ਮੇਰਾ ਭਰਾ ਆ। ਉਹ ਭਾਈ ਮਰਦਾਨੇ ਨੂੰ ਅਮਰ ਕਰ ਦਿੱਤਾ ਗੁਰੂ ਨਾਨਕ ਸਾਹਿਬ ਮਹਾਰਾਜ ਨੇ। ਗੁਰੂ ਨਾਨਕ ਸਾਹਿਬ ਨਾਲ ਦਿਨ ਰਾਤ ਉਸਤਤ ਗਾਈ ਤੇ ਭਾਈ ਮਰਦਾਨਾ ਜੀ ਗਏ ਕਿਤੇ ਸੰਸਾਰ ਦੇ ਅੰਦਰੋਂ। ਹਰ ਹਰ ਜਨ ਦੋਏ ਏਕ ਹੈ, ਜਾਂ ਜੋ ਪ੍ਰਾਨੀ ਨਿਸ ਦਿਨ ਭਜੈ ਰੂਪ ਰਾਮ ਤੇ ਜਿਨ ਹਰ ਜਪਿਆ ਸੇ ਹਰ। ਹਰ ਪਤਾ ਕੌਣ ਹੋਏਗਾ? ਇੱਕ ਨਾ ਬੜਾ ਪਿਆਰਾ ਸ਼ਬਦ ਹੈ ਗੁਰੂ ਅਰਜਨ ਸਾਹਿਬ ਦਾ ਆਸਾ ਰਾਗ ਚ, ਆਠ ਪਹਿਰ ਨਿਕਟ ਕਰ ਜਾਣੈ। ਜਿਹੜਾ ਰੱਬ ਨੂੰ ਵੱਠੇ ਪੈਰ ਆ ਨਿਸ ਦਿਨ ਭਜੇ, ਤੇ ਆਹੀ ਤੇ ਅਰਥ ਇਹਦਾ। ਨਿਸ ਦਿਨ ਭਜਨ ਦਾ ਅਰਥ ਇਹ ਨਹੀਂ ਹੈ ਵੀ ਕੋਈ ਆਪਣੀ ਰਸਨਾ ਤੋਂ ਦਿਨ ਰਾਤ ਵਾਹਿਗੁਰੂ ਵਾਹਿਗੁਰੂ ਗਾਉਂਦਾ ਹੈ। ਰੱਬ ਦੀ ਰਜ਼ਾ 'ਚ ਹੀ ਆ ਗਿਆ ਦਿਨ ਰਾਤ, ਰਜ਼ਾ 'ਚ ਆ ਜਾਣਾ ਹੀ ਵਾਹਿਗੁਰੂ ਨੂੰ ਗਾਉਣਾ ਹੈ। ਰਸਨਾ ਵੀ ਜਪਦੀ ਹੈ, ਰੂਹ ਵੀ ਜਪਦੀ ਹੈ, ਰੋਮ ਰੋਮ ਤੱਕ ਜਪਦਾ ਹੈ ਮਨੁੱਖ। ਆਠ ਪਹਿਰ ਨਿਕਟ ਕਰ ਜਾਣੈ ਪ੍ਰਭ ਕਾ ਕੀਆ ਮੀਠਾ। ਜਪਣ ਵਾਲੇ 'ਚ ਗੁਣ ਆ ਜਾਂਦੇ ਆ, ਉਹ ਪ੍ਰਭੂ ਦੇ ਕੀਤੇ ਨੂੰ ਮਿੱਠਾ ਕਰਕੇ ਮੰਨਦੇ ਆ। ਨਾ ਤੇ ਅਸੀਂ ਰੱਬ ਨੂੰ ਅੱਠੇ ਪੈਰ ਨਿਕਟ ਜਾਂਦੇ ਆ, ਰੱਬ ਸਾਡੇ ਅੰਗ ਸੰਗ ਹੈ। ਕੋਈ ਜਾਣਨਾ ਵੀ ਨਹੀਂ ਮੇਰੇ ਖਿਆਲ ਚਾਹੁੰਦਾ ਵੀ ਰੱਬ ਸਾਡੇ ਨਾਲ ਹੈ। ਤਾਂ ਅਸੀਂ ਨੇ ਅੱਗੇ ਵੀ ਇੱਕ ਵਾਰੀ ਬੇਨਤੀ ਕੀਤੀ ਸੀ, ਮੰਨ ਲਓ ਰੱਬ ਸਾਡੇ ਦਰਵਾਜ਼ੇ ਤੇ ਆ ਕੇ ਦਰਵਾਜ਼ਾ ਖੜਕਾਉਂਦਾ ਹੈ। ਜਦੋਂ ਦਰਵਾਜ਼ਾ ਖੜਕਾਉਂਦਾ ਅਸੀਂ ਪੁੱਛਦੇ ਦਰਵਾਜ਼ਾ ਖੋਲਿਆ ਕੌਣ, ਉਹ ਕਹਿੰਦੇ ਰੱਬ। ਬੰਦੇ ਨੂੰ ਕਿੰਨੀ ਖੁਸ਼ੀ ਹੋਏਗੀ ਨਾ ਵੀ ਰੱਬ ਆਇਆ, ਮੈਨੂੰ ਮਿਲਣ ਆਇਆ। ਤੇ ਹੁਣ ਜੀ ਆਇਆ ਤੇ ਕਹੇਗਾ ਹੀ ਖਾਓ ਜੀ ਘਰੇ, ਆ ਗਿਆ ਰੱਬ। ਰੱਬ ਵੀ ਸੋਫੇ ਤੇ ਬੈਠ ਗਿਆ, ਉਹ ਬੰਦਾ ਵੀ, ਰੱਬ ਵੀ ਬੈਠ ਗਿਆ। ਹੋਰ ਚਲੋ ਹੁਣ ਬੰਦਾ ਕਿੰਨਾ ਕੁ ਚਿਰ ਲੰਘੇਗਾ, ਘੰਟਾ ਦੋ, ਪੁੱਛੇਗਾ ਹੀ ਪਤਾ ਨਹੀਂ ਰੱਬ ਜੀ ਜਾਣਗੇ। ਤੇ ਜਦੋਂ ਪੁੱਛਿਆ ਮਨੁੱਖ ਨੇ ਜੀ ਕਿੰਨਾ ਕੁ ਚਿਰ ਰਹੋਗੇ, ਤੇ ਰੱਬ ਕਹਿੰਦਾ ਹੁਣ ਅੱਜ ਤੋਂ ਬਾਅਦ ਮੈਂ ਹਰੇਕ ਟਾਈਮ ਤੇਰੇ ਨਾਲ ਹੀ ਹਾਂ, ਹੁਣ ਨਹੀਂ ਮੈਂ ਕਿਤੇ ਜਾਣ ਵਾਲਾ। ਦੱਸੋ ਬੰਦੇ ਨੂੰ ਖੁਸ਼ੀ ਹੋਏਗੀ ਕਿ ਨਹੀਂ? ਹੁਣ ਬੰਦੇ ਨੇ ਇੱਥੇ ਦੁਖੀ ਹੋਣਾ ਜੇ। ਅਸੀਂ ਰੱਬ ਨੂੰ ਆਪਣੇ ਸਾਥ ਰੱਖਣਾ ਹੀ ਨਹੀਂ ਚਾਹੁੰਦੇ। ਜੇ ਰੱਬ ਸਾਡੇ ਨਾਲ ਰਹਿਣ ਲੱਗ ਪਿਆ ਤਾਂ ਫਿਰ ਮਰਜ਼ੀ ਕੌਣ ਕਰੇਗਾ? ਫਿਰ ਤੇ ਬੜੀ ਮੁਸ਼ਕਲ ਹੈ। ਝੂਠ ਕਿਵੇਂ ਬੋਲਾਂਗੇ, ਠੱਗੀ ਕਿਵੇਂ ਮਾਰਾਂਗੇ, ਬੇਈਮਾਨੀ ਕਿਵੇਂ, ਗਾਲ ਕਿਵੇਂ ਕੱਢ ਸਕਾਂਗੇ? ਰੱਬ ਨੂੰ ਮਨੁੱਖ ਨਾਲ ਰੱਖਣਾ ਹੀ ਨਹੀਂ ਚਾਹੁੰਦਾ। ਜਿਹੜੇ ਸਾਧੂ ਸੰਤ ਨੇ ਉਹ ਤੇ ਕਹਿੰਦੇ ਅੱਠੇ ਪੈਰ ਨਾਲ, ਉਹਨਾਂ ਨੇ ਕਿਹੜਾ ਕੋਈ ਕ੍ਰਾਈਮ ਕਰਨਾ ਹੈ, ਗਲਤ ਕੰਮ ਕੋਈ, ਕਹਿੰਦੇ ਨਾਲ ਹੀ ਹੈ ਰੱਬ। ਕਿਹਾ ਹੀ ਉਹਨਾਂ ਨੇ। ਜੇ ਰੱਬ ਸਾਨੂੰ ਆ ਕੇ ਕਹੇ ਵੀ ਅੱਜ ਤੋਂ ਬਾਅਦ ਭਾਈ ਤੇਰੇ ਨਾਲ ਹੀ ਜਿੱਥੇ ਜਾਵਾਂਗਾ, ਤੇ ਮੇਰੀ ਤੇ ਬੜੀ ਹਾਲਤ ਭੈੜੀ ਵੀ ਰੱਬ ਨਾਲ ਹੀ ਰਹੇਗਾ। ਅਸੀਂ ਨਾਲ ਰੱਖਣਾ ਹੀ ਨਹੀਂ ਚਾਹੁੰਦੇ। ਜਿਹੜਾ ਜਪਣ ਵਾਲੋਂ ਕਹਿੰਦੇ ਆਠ ਪਹਿਰ ਨਿਕਟ ਕਰ ਜਾਣਾ, ਉਹ ਅੱਠੇ ਪਹਿਰ ਰੱਬ ਨੂੰ ਆਪਣੇ ਨਜ਼ਦੀਕ ਸਮਝਦਾ। ਪ੍ਰਭ ਕਾ ਕੀਆ ਮੀਠਾ ਮਨ ਹੈ, ਉਹ ਤੇ ਤਵੀ ਤੇ ਚੌਂਕੜਾ ਮਾਰ ਕੇ ਕੜਛੇ ਭਰ ਕੇ ਗਰਮ ਰੇਤਾ ਦੇ ਸੀਸ ਤੇ ਪਵਾ ਕੇ ਕਹਿੰਦੇ ਤੇਰਾ ਕੀਆ ਮੀਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੈ। ਰੱਬ ਇਹਨਾਂ ਨੂੰ ਮਿਲਦਾ ਹੈ ਜਿਹੜੇ ਰੱਬ ਨੂੰ ਸਮਝਦੇ ਹੀ ਨਹੀਂ ਹੈ ਵੀ ਕਿ ਨਹੀਂ। ਦੱਸੋ ਉਹ ਰੱਬ ਦੇ ਨਜ਼ਦੀਕ ਕਿਵੇਂ ਜਾਣਗੇ? ਉਹਦੇ ਤਵੀ ਤੇ ਚੌਂਕੜਾ ਮਾਰ ਕੇ ਵੀ ਗਾਉਣ ਵਾਲੇ, ਉਹਨਾਂ ਨੂੰ ਰੱਬ ਆਪਣੇ ਪੁੱਤਰਾਂ ਨੂੰ ਤੋਰ ਕੇ ਇਹ ਸ਼ਬਦ ਗਾਉਣ ਵਾਲੇ ਰੱਬ ਰੂਪ ਉਹ ਸਨ। ਮਰਜ਼ ਕਹਿੰਦੇ ਐ ਏਕ ਨਾਮ ਸੰਤਨ ਆਧਾਰ, ਸੰਤਾਂ ਦਾ ਆਧਾਰ ਇੱਕ ਨਾਮ ਹੀ ਹੈ।
ਹੋਏ ਰਹੇ ਸਭ ਕੀ ਪੱਗ ਛਾਰ। ਉਹ ਫਿਰ ਸਾਰਿਆਂ ਦੇ ਚਰਨਾਂ ਦੀ ਧੂੜ ਬਣ ਕੇ ਰਹਿੰਦਾ ਹੈ। ਉਹ ਜਿਹੜਾ ਸੰਤ ਹੈ ਨਾ, ਉਹ ਸਾਰਿਆਂ ਦੇ ਚਰਨਾਂ ਦੀ ਧੂੜ। ਭਗਤ ਕਬੀਰ ਜੀ ਨੇ ਨਾ ਬੜੇ ਪਿਆਰੇ ਬੋਲ ਕਹੇ। ਉਹਨਾਂ ਨੇ ਨਾ ਉਹ ਆਪਣੇ ਪਾਵਨ ਬਚਨਾਂ ਦੇ ਅੰਦਰ ਨਾ 4 ਗੱਲਾਂ ਕੀਤੀਆਂ। ਹੋਏ ਰਹੇ ਸਭ ਕੀ ਪੱਗ ਛਾਰ। ਪੱਗ ਚਰਨਾਂ ਦੀ ਧੂੜ ਬਣ ਕੇ ਰਹਿਣਾ, ਇਹ ਵੀ ਔਖੀ ਗੱਲ ਹੈ। ਅੱਠੇ ਪੈਰ ਰੱਬ ਨੂੰ ਨੇੜੇ ਜਾਣਨਾ, ਰੱਬ ਦੇ ਕੀਤੇ ਨੂੰ ਮਿੱਠਾ ਕਰਕੇ ਮੰਨਣਾ, ਜਾਂ ਅਗਲੀ ਗੱਲ ਜਿਹੜੀ ਹੈ ਵੀ ਕਿਸੇ ਦੇ ਚਰਨਾਂ ਦੀ ਧੂੜ ਬਣ ਕੇ ਰਹਿਣਾ, ਬੜੀ ਔਖੀ ਗੱਲ ਆਮ ਬੰਦੇ ਵਾਸਤੇ। ਭਗਤ ਕਬੀਰ ਜੀ ਨੇ ਕਿਹਾ, ਭਗਤ ਕਬੀਰ ਜੀ ਤੁਰੇ ਜਾਂਦੇ ਸਨ ਤੇ ਰਸਤੇ 'ਚ ਕੀ ਆ ਗਿਆ? ਰੋੜਾ। ਰਸਤੇ 'ਚ ਰੋੜਾ ਆ ਗਿਆ ਤੇ ਜਦੋਂ ਉਹ ਭਗਤ ਜੀ ਨੇ ਆਖਿਆ ਵੀ ਇਹ ਠੋਕਰ ਖਾਂਦਾ ਰੋੜਾ, ਵੀ ਸਾਨੂੰ ਰੋੜੇ ਵਰਗੇ ਬਣ ਜਾਣਾ ਚਾਹੀਦਾ। ਉਹ ਭਗਤ ਜੀ ਨੇ ਗੱਲ ਕਹੀ ਵੀ ਸਾਨੂੰ ਰੋੜੇ ਵਰਗੇ ਬਣ ਕੇ ਰਹਿਣਾ ਚਾਹੀਦਾ ਸੰਸਾਰ ਦੇ ਅੰਦਰ। ਤੇ ਜਦੋਂ ਰੋੜੇ ਵੱਲ ਧਿਆਨ ਨਾਲ ਵੇਖਿਆ ਤੇ ਭਗਤ ਕਬੀਰ ਜੀ ਨੂੰ ਇੱਕ ਔਗਣ ਉਹਦੇ 'ਚ ਨਜ਼ਰ ਆਇਆ। ਚਲੋ ਗੁਣ ਸੀ ਵੀ ਉਹ ਹੋਏ ਰਹੇ ਪੱਗ ਛਾਰ, ਵੀ ਉਹ ਠੋਕਰ ਖਾਂਦਾ ਸਾਰਿਆਂ ਦੀ, ਪਰ ਨਾਲ ਦੇ ਨਾਲੇ ਵੀ ਇਹ ਸਖਤ ਬੜਾ ਹੈ ਜਿਹੜਾ ਪੱਥਰ ਹੈ, ਜਿਹੜਾ ਨੰਗੇ ਪੈਰੀ ਉਹਨੂੰ ਤੇ ਸੱਟ ਵੀ ਲਾਏਗਾ ਹੈ। ਤੇ ਦੂਸਰੀ ਜਿਹੜੀ ਗੱਲ ਹੈ, ਮਰਦ ਕਹਿੰਦੇ ਆ ਪੱਥਰ ਜਿਹੜਾ ਉਹ ਕਠੋਰ ਹੁੰਦਾ, ਸਖਤ ਹੁੰਦਾ। ਮਹਾਰਾਜ ਨੇ ਬਚਨ ਕਿਹਾ ਨਾ, ਜਿਨ ਕੇ ਚਿਤ ਕਠੋਰ ਹੈ ਸੇ ਬਹੇ ਨਾ ਸਤਿਗੁਰ ਬਾਸ ਨੂੰ। ਪੱਥਰ ਆਪਣਾ ਸੁਭਾਅ ਨਹੀਂ ਬਦਲਦਾ। ਪੱਥਰ ਧਰਤੀ ਤੇ ਪਿਆ ਵੀ ਉਹੋ ਜਿਹਾ, ਤੇ ਪੱਥਰ ਪਾਣੀ 'ਚ ਰੱਖਿਆ ਵੀ ਉਹੋ ਜਿਹਾ। ਮਹਾਰਾਜ ਕਹਿੰਦੇ ਨਹੀਂ, ਇਹ ਸਖਤ ਰਹਿੰਦਾ। ਪੱਥਰ ਰੋੜੇ ਵਰਗਾ ਨਹੀਂ ਮਨੁੱਖ ਨੂੰ ਹੋਣਾ ਚਾਹੀਦਾ। ਕਬੀਰ ਰੋੜਾ ਹੁਆ ਤਾਂ ਕਿਆ ਭਇਆ। ਰੋੜਾ ਹੋ, ਪਹਿਲਾਂ ਤਾਂ ਬਚਨ ਕਹੇ ਵੀ ਰੋੜਾ ਹੋਏ ਰਹੋ ਬਾਟ ਕਾ ਤਜ ਮਨ ਕਾ ਅਭਮਾਨ। ਇੱਕ ਹੁੰਦਾ ਮਾਣ, ਇੱਕ ਹੁੰਦਾ ਅਭਮਾਨ। ਉਹ ਮਹਾਰਾਜ ਨੇ ਬਚਨ ਕਹੇ, ਜਿਸ ਕਹੇ ਅੰਤਰ ਰਾਜ ਅਭਮਾਨ। ਰਾਜ ਦਾ ਅਭਮਾਨ। ਇੱਕ ਹੁੰਦਾ ਮਾਣ। ਕਈ ਵਾਰੀ ਅਸੀਂ ਸ਼ਬਦ ਵਰਤਦੇ, ਮੈਨੂੰ ਗੁਰੂ ਤੇ ਮਾਣ ਹੈ, ਗੁਰੂ ਮੇਰੇ ਅੰਗ ਸੰਗ ਹੈ। ਮਾਣ ਤੇ ਅਭਮਾਨ ਸ਼ਬਦ 'ਚ ਬੜਾ ਫਰਕ ਹੈ। ਕਹਿੰਦੇ ਵੀ ਇਰਾਦਾ ਸੀ ਵੀ ਰੋੜਾ ਬਣਦੀ, ਇਹ ਗੁਰਮਤ ਨਹੀਂ ਹੈ ਵੈਸੇ। ਹਾਂ, ਇੱਕ ਸੋਚ ਸੀ ਵੀ ਰੋੜਾ ਬਣ ਜਾਈਏ। ਭਗਤ ਕਬੀਰ ਜੀ ਰੋੜਾ ਹੋਏ ਰਹੋ ਬਾਟ ਕਾ ਤਾਜ ਮਨ ਕਾ ਅਭਮਾਨ। ਨਾਲ ਦੀ ਨਾਲ ਫਿਰ ਕਹਿਣਾ ਪਿਆ, ਐਸਾ ਕੋਈ ਦਾਸ ਹੋਏ ਤਾਂ ਹੀ ਮਿਲੇ ਭਗਵਾਨ। ਵੀ ਰੋੜੇ ਵਰਗਾ ਕੋਈ ਦਾਸ ਬਣ ਜੇ ਨਾ ਤੇ ਤਾਂ ਭਗਵਾਨ ਮਿਲੇਗਾ। ਤੇ ਫਿਰ ਅਗਲੇ ਨਾਲ ਦੀ ਨਾਲ ਵਿਚਾਰ ਆਈ, ਕਬੀਰ ਰੋੜਾ ਹੁਆ ਤਾਂ ਕਿਆ ਭਇਆ ਪੰਥੀ ਕੋ ਦੁੱਖ ਦੇ। ਜੇ ਰੋੜੇ ਵਰਗੇ ਬਣ ਕੇ ਫਿਰ ਤੇ ਲੰਘਣ ਟੱਪਣ ਵਾਲੇ ਨੂੰ ਦੁੱਖ, ਕਿਸੇ ਦਾ ਪੈਰ ਨੂੰ ਠੇਡਾ ਲੱਗੇਗਾ, ਉਹਦੇ ਜ਼ਖਮ ਹੋ ਸਕਦਾ, ਖੂਨ ਨਿਕਲ ਸਕਦਾ। ਰੋੜੇ ਵਰਗਾ ਨਹੀਂ ਹੋਣਾ ਚਾਹੀਦਾ। ਫਿਰ ਰਿਜੈਕਟ ਕਰ ਦਿੰਦਾ। ਪਹਿਲਾਂ ਗੁਣ ਵੇਖਿਆ ਰੋੜੇ ਦੇ ਅੰਦਰ। ਚਲੋ ਪੱਥਰ ਹੈ, ਸੁਭਾਅ ਤੇ ਨਹੀਂ ਛੱਡਦਾ, ਜਿਹੜਾ ਸੱਤ ਉਹ ਵੀ ਆਪਣਾ ਸੁਭਾਅ ਨਹੀਂ ਛੱਡਦਾ। ਇਹ ਗੁਣ ਹੈ ਰੋੜੇ ਦੇ ਅੰਦਰ। ਉਹ ਪਾਣੀ 'ਚ ਵੀ ਉਹੋ ਜਿਹਾ, ਧਰਤੀ ਤੇ ਪਿਆ ਵੀ ਉਹੋ ਜਿਹਾ। ਤੇ ਜਿਹੜਾ ਰੱਬ ਦਾ ਭਗਤ, ਉਹਨੂੰ ਜਿੱਥੇ ਮਰਜ਼ੀ ਲੈ ਜਾਓ ਉਹੋ ਜਿਹਾ ਹੀ ਰਹਿੰਦਾ। ਉਹ ਦਾਸ ਨੇ ਅੱਗੇ ਕੱਲ੍ਹ ਪਰਸੋਂ ਬੇਨਤੀ ਕੀਤੀ, ਉਹ ਕੋਈ ਮਹਾਂਪੁਰਖ ਵਿਛੂ ਨੂੰ ਕੱਢ ਰਿਹਾ ਸੀ, ਪਾਣੀ 'ਚ ਡਿੱਗ ਪਿਆ, ਉਹ ਡੰਗ ਮਾਰਦਾ ਵਾਰ-ਵਾਰ। ਉਹ ਚੇਲਾ ਕਹਿੰਦਾ ਜੀ ਛੱਡ ਦਿਓ ਇਹਨੂੰ, ਰੁੜ ਜਾਣ ਦਿਓ, ਇਹ ਵਾਰ-ਵਾਰ ਤੁਹਾਨੂੰ ਪਕੜਨ ਤੇ ਡੰਗ ਮਾਰਦਾ। ਸਾਧੂ ਨੇ ਬੋਲ ਕੇ ਕਹਿੰਦੇ, ਬੁਰਾ ਸੁਭਾਅ ਡੰਗ ਮਾਰਨ ਵਾਲਾ ਨਹੀਂ ਛੱਡਦਾ, ਮੈਨੂੰ ਬਾਹਰ ਕੱਢਣ ਵਾਲਾ ਸੁਭਾਅ ਕਿਉਂ ਛੱਡਾਂ। ਜਿਹੜਾ ਭਗਤ ਉਹ ਆਪਣਾ ਸੁਭਾਅ ਨਹੀਂ ਤਿਆਗਦਾ। ਉਹਨੂੰ ਕੋਈ ਗਾਲ ਕੱਢ ਦੇ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਉਹਨੂੰ ਕੋਈ ਉਸਤਤ ਕਰ ਜੇ, ਚੰਗਾ ਬੋਲ ਜੇ, ਉਹਨੂੰ ਤਾਂ ਵੀ ਕੋਈ ਫਰਕ ਨਹੀਂ ਪੈਂਦਾ। ਉਹਨੂੰ ਕੋਈ ਇਸ ਗੱਲ ਨਾਲ ਨਹਿ ਨਿੰਦਾ ਨਹਿ ਉਸਤਤ ਜਾਂ ਕੇ ਲੋਭ ਮੋਹ ਅਭਮਾਨਾ ਹਰ ਕੁ ਸੋਗ ਤੇ ਰਹੇ ਨਿਆਰੋ ਨਾਹੇ ਮਾਣ। ਮਾਣ ਕਰਦੇ ਉਹਦਾ, ਭਾਵੇਂ ਅਪਮਾਨ ਕਰਦੇ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਭਗਤ ਜੀ ਕਹਿੰਦੇ ਵੀ ਰੋੜਾ ਨਹੀਂ ਬਣਨਾ ਚਾਹੀਦਾ। ਪੰਥੀ ਕੋ ਦੁੱਖ ਦੇ, ਕਹਿੰਦੇ ਇਹ ਤੇ ਰਾਹੀ ਨੂੰ ਦੁੱਖ ਦਿੰਦਾ ਹੈ। ਐਸਾ ਤੇਰਾ ਦਾਸ ਹੋਏ ਜਿਉਂ ਧਰਨੀ ਮੈਂ ਖੇ। ਧਰਨੀ ਧਰਤੀ ਖੇ ਮਿੱਟੀ, ਕਹਿੰਦੇ ਮਿੱਟੀ ਵਰਗਾ ਹੋਣਾ ਚਾਹੀਦਾ। ਹੁਣ ਨਿਮਰਤਾ ਕਿੰਨੀ, ਮਿੱਟੀ ਪੈਰਾਂ 'ਚ ਹੀ ਰਹਿੰਦੀ ਹੈ। ਤੇ ਭਗਤ ਜੀ ਨੂੰ ਫੇਰ ਕਹਿਣਾ ਪਿਆ, ਕਬੀਰ ਖੇ ਹੋਈ ਤੋਂ ਕਿਆ ਭਇਆ ਜੋ ਉੱਡ ਲਾਗੇ ਅੰਗ। ਕਹਿੰਦੀ ਇਹ ਵੀ ਹੁਣ ਮੈੜਾ ਕਰ ਦਿੰਦੀ ਸਰੀਰ, ਉੱਡ ਕੇ ਕਿਸੇ ਦੇ ਕੱਪੜਿਆਂ ਤੇ ਪੈ ਸਕਦੀ, ਕਿਸੇ ਦੇ ਅਗਰ ਕਹਿੰਦੀ ਇਹ ਵੀ ਮੈਲ। ਇਹਦਾ ਅਰਥ ਪਤਾ ਕੀ ਅਸਲ ਦੇ ਅੰਦਰ, ਵੀ ਅਸੀਂ ਜਦੋਂ ਕਿਸੇ ਦੀ ਖੇ ਉਡਾਉਣਾ ਹੈ। ਖੇ ਉਡਾਉਣਾ ਇੱਕ ਵੈਸੇ ਆਪਾਂ ਕਹਿ ਦਿੰਦੇ ਵੀ ਕਿਸੇ ਦੀ ਬਦਖੋਈ ਕਰਦੇ ਅਸੀਂ, ਤੇ ਉਹ ਫਲਾਣੇ ਦੀ ਖੇ ਉੱਡ ਗਈ ਜੀ। ਮਰਦ ਕਹਿੰਦੇ ਉਹ ਫਿਰੰਗਾਂ ਤੇ ਲੱਗ ਜਾਂਦੀ। ਕਿਸੇ ਦੀ ਨਿੰਦਿਆ ਚੁਗਲੀ ਕੀਤੀ ਹੋਈ ਉਹ ਮਨੁੱਖ ਦੀ ਸੁਰਤ ਨੂੰ ਖਰਾਬ ਕਰਦੀ ਹੈ। ਮਿੱਟੀ 'ਚ ਗੁਣ ਤੇ ਹੈ, ਨਿਮਰਤਾ ਤੇ ਹੈ, ਉਹ ਧਰਤੀ ਤੇ ਪਈ ਰਹਿੰਦੀ ਹੈ, ਪਰ ਕਿਸੇ ਨੂੰ ਮੈਲਾ ਵੀ ਤੇ ਕਰਦੀ, ਗੰਦਾ ਵੀ ਤੇ ਕਰਦੀ ਹੈ ਨਾ। ਉਹ ਭਗਤ ਜੀ ਕਹਿੰਦੇ ਨਹੀਂ ਨਹੀਂ, ਇਹ ਵੀ ਨਹੀਂ ਹੋਣਾ ਚਾਹੀਦਾ।
ਉਹ ਕਹਿੰਦੇ ਖੇ ਨਹੀਂ ਹੋਣੇ ਤੇ ਕਬੀਰ ਖੇ ਹੋਈ ਤੋਂ ਕਿਆ ਪਿਆ ਜੋ ਉੱਡ ਲਾਗੇ ਅੰਗ ਹਰ ਜਨ ਐਸਾ ਚਾਹੀਏ ਜਿਉ ਪਾਨੀ ਸਰਬੰਗ। ਪਾਣੀ ਸਰਬੰਗ, ਉਹ ਪਾਣੀ, ਉਹ ਫਿਰ ਪਾਣੀ ਤੇ ਵਿਚਾਰ ਆਈ ਵੀ ਪਾਣੀ, ਹੁਣ ਭਾਈ ਗੁਰਦਾਸ ਜੀ ਕਹਿੰਦੇ ਪਾਣੀ 'ਚ ਬਹੁਤ ਵੱਡਾ ਗੁਣ ਹੈ, ਉਹ ਨੀਵੇਂ ਪਾਸੇ ਨੂੰ ਚੱਲ ਪੈਂਦਾ ਹੈ। ਨਿਮਰਤਾ ਪਾਣੀ 'ਚ ਵੀ ਹੈ, ਵੈਸੇ ਸਮੁੰਦਰ 'ਚ ਮਿਲਣਾ ਚਾਹੁੰਦਾ ਹੈ। ਪਾਣੀ 'ਚ ਇੱਕ ਬਹੁਤ ਵੱਡਾ ਗੁਣ ਹੈ, ਉਹ ਦੋਸਤੀ ਬੜੀ ਵਧੀਆ। ਦੁੱਧ 'ਚ ਪਾਣੀ ਪਾ ਦਿਓ, ਉਹਨੂੰ ਅੱਗ ਤੇ ਰੱਖ ਦਿਓ, ਪਾਣੀ ਸੜੇਗਾ, ਉਹ ਉਹਨਾਂ ਚਿਰ ਦੁੱਧ ਨੂੰ ਨਹੀਂ ਸੜ ਦਿੰਦਾ। ਪਾਣੀ ਸੜਦਾ ਫਿਰ ਦੁੱਧ, ਉਹ ਜਿਹੜਾ ਦੁੱਧ ਸੜਦਾ ਵੀ ਨਹੀਂ, ਫਿਰ ਉਹ ਦੁੱਧ ਜਿਹੜਾ ਖੋਏ ਦੇ ਰੂਪ 'ਚ ਬਣਨਾ ਸਖਤ ਹੋਣਾ ਸ਼ੁਰੂ ਹੋ ਜਾਂਦਾ। ਪਰ ਇੱਥੇ ਪਾਣੀ 'ਚ ਵੀ ਭਗਤ ਕਬੀਰ ਜੀ ਨੇ ਇੱਕ ਔਗਣ ਵੇਖਿਆ, ਕਹਿੰਦੇ ਇਹਦੇ 'ਚ ਵੀ ਇੱਕ ਔਗਣ, ਇਹ ਤੱਤਾ ਠੰਡਾ ਹੋ ਜਾਂਦਾ ਹੈ। ਹੁਣ ਤੱਤਾ ਠੰਡਾ, ਹੁਣ ਸਾਡੇ ਧਰਮ ਦੇ ਅੰਦਰ ਨਾ ਠੰਡਾ ਵੀ ਬਹੁਤਾ ਨਹੀਂ ਜੇ ਚੱਲਦਾ ਤੇ ਤੱਤਾ ਵੀ ਬਹੁਤਾ ਨਹੀਂ। ਗੁਰੂ ਅਰਜਨ ਸਾਹਿਬ ਜੀ ਵੈਸੇ ਬਹੁਤ ਹੀ ਠੰਡੇ ਸਨ ਤੇ ਵਿਰੋਧੀਆਂ ਨੇ ਕੀ ਕੀਤਾ, ਉਹਨਾਂ ਨੂੰ ਤਵੀ ਤੇ ਬਿਠਾ ਦਿੱਤਾ। ਮਹਾਰਾਜ ਦੀ ਸੀਸ 'ਚ ਰੇਤਾ ਦੇ ਗਰਮ ਕੜਛੇ ਭਰ ਭਰ ਕੇ। ਮਹਾਰਾਜ ਕਹਿੰਦੇ ਪਾਣੀ ਨੂੰ ਬਰਫ਼ ਪਾ ਦਿਓ, ਬਰਫ਼ ਜਮਾ ਲਓ, ਇਹਦੀ ਸਖਤ ਵੀ ਹੋ ਜਾਂਦਾ। ਹੁਣ ਤੁਸੀਂ ਪਾਣੀ ਦੀ ਬਰਫ਼ ਬਣਾ ਕੇ ਕਿਸੇ ਦੇ ਸਿਰ 'ਚ ਬਰਫ਼ ਮਾਰੋ, ਉਹਦੀ ਮੌਤ ਵੀ ਹੋ ਸਕਦੀ ਹੈ। ਪਾਣੀ 'ਚ ਵੀ ਇੱਕ ਔਗਣ ਹੈ, ਪਾਣੀ 'ਚ ਵੀ ਔਗਣ ਹੈ। ਇਹ ਸਖਤ ਹੋ ਜਾਂਦਾ ਹੈ, ਇਹ ਤੱਤਾ ਵੀ ਹੋ ਜਾਂਦਾ, ਕਿਸੇ ਨੂੰ ਸਾੜ ਵੀ ਦੇਗਾ, ਕਿਸੇ ਨੂੰ ਮਾਰ ਵੀ ਦੇਗਾ। ਭਗਤ ਜੀ ਨੂੰ ਫਿਰ ਕਹਿਣਾ ਪਿਆ, ਹਰ ਜਨ ਐਸਾ ਚਾਹੀਏ ਜਿਉ ਪਾਣੀ ਸਰਬੰਗ। ਕਬੀਰ ਪਾਣੀ ਹੁਆ ਤਾਂ ਕਿਆ ਭਇਆ, ਸੀਰਾ ਤਾਤਾ ਹੋਏ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ। ਹਰ ਜਨ ਤੇ ਰੱਬ ਵਰਗਾ ਹੀ ਚਾਹੀਦਾ ਹੈ, ਰੱਬ 'ਚ ਕੋਈ ਔਗਣ ਨਹੀਂ ਜੇ, ਹਰੇਕ 'ਚ ਔਗਣ ਹੈ, ਹਰੇਕ ਔਗਣ ਨਾਲ ਭਰਿਆ ਹੈ। ਆ ਭਗਤ ਜੀ ਨੇ 3 ਗਿਣਾ ਹੀ ਦਿੱਤੇ, ਉਹ ਪਾਣੀ, ਮਿੱਟੀ ਤੇ ਪੱਥਰ, ਕਹਿੰਦੇ ਔਗਣ ਇਹਨਾਂ ਦੇ ਅੰਦਰ। ਹਰ ਜਨ ਤੇ ਹਰ ਵਰਗਾ ਹੀ ਹੋਣਾ ਚਾਹੀਦਾ ਹੈ। ਉਹ ਬੜੇ ਪਿਆਰੇ ਬਚਨ ਅੱਗੇ ਵੀ ਸਾਂਝੇ ਕੀਤੇ, ਉਦਕ ਸਮੁੰਦ ਸਰਲ ਕੀ ਸਾਖਿਆ। ਉਦਕ ਪਾਣੀ ਨੂੰ ਕਹਿੰਦੇ ਆ, ਸਮੁੰਦਰ ਦਾ ਪਾਣੀ। ਨਦੀ ਤਰੰਗ ਸਮਾਵਾਂਗੇ, ਤਰੰਗਾਂ ਜਿਵੇਂ ਸਮੁੰਦਰ ਨਦੀ 'ਚ ਸਮਾ ਜਾਂਦੀਆਂ, ਹਰ ਜਨ ਐਸਾ ਹੀ ਚਾਹੀਦਾ। ਵੈਸੇ ਅਸੀਂ ਰੱਬ 'ਚੋਂ ਹੀ ਪੈਦਾ ਹੋਏ ਹਾਂ, ਹੁਣ ਅੱਡਰੇ ਹੈ, ਤਰੰਗ ਰੂਪ 'ਚ ਹੈ, ਜਪਾਂਗੇ ਸਮੁੰਦਰ ਰੂਪ ਹੋ ਜਾਣਾ ਹੈ। ਪਰ ਅਸੀਂ ਜਪਦੇ ਹੀ ਨਹੀਂ, 8 ਪੈਰ ਨਿਕਟ ਕਰ ਜਾਂਦੇ ਕਿ ਸਾਨੂੰ ਰੱਬ ਨੇੜੇ ਨਜ਼ਰ ਆਉਂਦਾ ਹੈ। ਪ੍ਰਭ ਕਾ ਕੀਆ ਮੀਠਾ ਮਨ ਹੋਏ ਰਹੇ ਪੱਗ ਸ਼ਾਦ ਕੀ ਗੁਣ ਹੈਗੇ ਸਾਡੇ ਅੰਦਰ। ਰੱਬ ਮਿਲੇਗਾ, ਰੱਬ ਮਿਲੇਗਾ ਨਹੀਂ, ਰੱਬ ਵਰਗਾ ਮਨੁੱਖ ਹੋ ਜਾਂਦਾ ਹੈ। ਪਰ ਉਹਦੇ 'ਚ ਮੂਲ ਮੰਤਰ ਦੇ ਗੁਣ ਹੋਣੇ ਚਾਹੀਦੇ ਆ। ਮੂਲ ਮੰਤਰ ਰੱਬ ਦੇ ਗੁਣ ਹੈ, ਰੱਬ ਦੇ ਗੁਣ ਰੱਬ ਨੂੰ ਜਪਣ ਵਾਲੇ 'ਚ ਆ ਜਾਂਦੇ ਆ। ਉਹ ਇੱਕ ਓੰਕਾਰ ਸਤਨਾਮ, ਉਹ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰ ਪ੍ਰਸਾਦ। ਇਹ ਗੁਣ ਨੇ ਰੱਬ ਦੇ, ਇਹ ਜਪਣ ਵਾਲੇ 'ਚ ਗੁਣ ਪ੍ਰਗਟ ਹੋ ਜਾਂਦੇ। ਉਹ ਨਿਰਭਉ ਹੋ ਜਾਂਦੇ, ਨਿਰਵੈਰ ਹੋ ਜਾਂਦਾ, ਉਹ ਅਜੂਨੀਆਂ ਤੋਂ ਰਹਿਤ ਹੋ ਜਾਂਦਾ, ਉਹ ਅਕਾਲ ਹੋ ਜਾਂਦਾ, ਕਾਲ ਤੋਂ ਰਹਿਤ। ਸਾਧੀ ਜਿਹੜੇ ਜਪਦੇ ਸਾਧੀ ਰਹਿੰਦੇ ਆ। ਬਾਬਾ ਬੁੱਢਾ ਜੀ ਦਾ ਜੀਵਨ ਪੜ੍ਹਿਓ, ਨਿੱਕੇ ਜਿਹੇ ਸਨ, 12 ਕੁ ਸਾਲ ਦੇ ਜੁੜ ਕੇ 125 ਸਾਲ ਦੀ ਉਮਰ ਆ। ਤੇ ਜਦੋਂ ਸਰੀਰ ਛੱਡਣ ਲੱਗੇ, 6ਵੇਂ ਪਾਤਸ਼ਾਹ ਨੇ ਬਚਨ ਕਹੇ ਸਨ, ਕਹਿਣ ਲੱਗੇ, ਬਾਬਾ ਬੁੱਢਾ ਜੀ ਰੱਬ ਹੋ ਨਿਬੜਿਓ, ਜਿਹੜਾ ਤੁਹਾਡਾ ਜੀਵਨ ਪੜ੍ਹੇਗਾ ਤੁਹਾਡੇ ਵਾਲੇ ਗੁਣ ਉਹਦੇ 'ਚ ਵੀ ਆ ਜਾਣਗੇ। ਇਹੋ ਜਿਹਾ ਜੀਵਨ ਜਿਉਂ ਕੇ ਚੱਲੇ ਹੋ। ਇਹਦਾ ਮਤਲਬ ਬਾਬਾ ਬੁੱਢਾ ਜੀ ਤੇ ਰੱਬ ਗੁਰੂ 'ਚ ਕੋਈ ਅੰਤਰ ਨਹੀਂ ਸੀ। ਸਿੱਖ ਗੁਰੂ ਰੂਪ, ਗੁਰੂ ਰੱਬ ਰੂਪ, ਇਹ ਗੁਣਾ ਕਰਕੇ ਹੀ ਹੈ। ਰੱਬ ਵਾਲੇ ਗੁਣ ਸਾਡੇ ਗੁਰੂ ਸਾਹਿਬ ਅੰਦਰ ਹੈ, ਅਸੀਂ ਗੁਰੂ ਨੂੰ ਰੱਬ ਕਹਿ ਦਿੰਦੇ ਆ। ਜਿੱਦਣ ਸਿੱਖ 'ਚ ਗੁਰੂ ਵਾਲੇ ਗੁਣ ਆ ਜਾਂਦੇ, ਸਿੱਖ ਨੂੰ ਗੁਰੂ ਰੂਪ ਕਿਹਾ ਜਾਂਦਾ ਹੈ। ਖਾਲਸਾ ਮੇਰੂ ਰੂਪ ਹੈ, ਜਿੱਦਣ ਖਾਲਸ ਹੋ ਜਾਂਦਾ, ਗੁਰੂ ਦਾ ਰੂਪ ਹੋ ਜਾਂਦਾ ਹੈ। ਗੁਰੂ ਵਾਲੇ ਗੁਣ ਪ੍ਰਗਟ ਹੁੰਦੇ ਆ, ਗੁਰੂ ਵਾਲੇ ਉਹਦੇ 'ਚੋਂ ਗੁਣ ਪ੍ਰਗਟ ਹੁੰਦੇ ਆ। ਉਹ ਪਿੱਛੇ ਦੇ ਇੱਕ ਵਾਰੀ ਸੁਨਾਮੀ ਆਈ ਆਪ ਜੀਆਂ ਦੇ, ਉਦਾਸ ਨੇ ਉਦੋਂ ਵੀ ਬੇਨਤੀ ਕੀਤੀ ਸੀ। ਇੱਕ ਸਿੰਘ ਗਏ, ਉਹ ਬਾੜ ਆਇਆ ਜਦੋਂ, ਉਹਨਾਂ ਨੇ ਜਾਨਾਂ ਬਚਾਈਆਂ, ਬਹੁਤ ਲੋਕਾਂ ਦੀਆਂ ਬੇੜੀਆਂ ਤੇ ਆਪਣੀਆਂ ਜਾਨਾਂ ਖਤਰੇ 'ਚ ਪਾ ਕੇ ਉਹਨਾਂ ਦੀਆਂ ਜਾਨਾਂ ਬਚਾਈਆਂ। ਇੱਕ ਉਹ ਭੈਆ ਨਹੀਂ ਸੀ ਵਿਚਾਰੀ, ਉਹਦੇ ਘਰੇ ਬੱਚਾ ਜਨਮ ਲੈਣ ਵਾਲਾ ਸੀ। ਸਿੱਖਾਂ ਨੇ ਉਹਨੂੰ ਕੱਢਿਆ ਜੀ, ਉਹਨੂੰ ਜਲਦੀ ਹਸਪੀਟਲ ਲੈ ਕੇ ਗਏ। 2 ਸਿੰਘਾਂ ਦੀ ਡਿਊਟੀ ਲਾ ਦਿੱਤੀ ਵੀ ਤੁਸੀਂ ਇਹਦੇ ਕੋਲ ਜਿਹੜੀ ਚੀਜ਼ ਦੀ ਲੋੜ ਹੈ, ਡਾਕਟਰ ਨੂੰ ਪੈਸੇ ਦਿਓ, ਇਹਦਾ ਖਿਆਲ ਰੱਖਣਾ, ਜੋ ਦਵਾਈ ਜੋ ਕੁਝ ਲਿਆਉਣਾ ਹੈ ਵੀ ਇਹਦੀ ਸੰਭਾਲ ਕਰਨੀ ਹੈ। ਜਦੋਂ ਉਸ ਨੇ ਜਨਮ ਦਿੱਤਾ ਨਾ ਬੱਚੇ ਨੂੰ, ਤੇ ਜਨਮ ਦਿੱਤਾ, ਤੇ ਉਹ ਜਿਹੜੇ ਡਾਕਟਰ ਸਾਨੂੰ ਪੁੱਛਦੇ ਨੇ ਵੀ ਤੇਰੇ ਘਰੇ ਬੱਚਾ, ਉਹ ਪਰਿਵਾਰ ਵਿਚਾਰੀ ਦਾ ਰੁੜ ਗਿਆ ਸੀ ਸਾਰਾ। ਉਹਨੂੰ ਭੈਣ ਨੂੰ ਹੀ ਬਚਾਇਆ ਸਿੰਘਾਂ ਨੇ,
ਉਹਨੇ ਇੱਕ ਬੱਚੇ ਨੂੰ ਜਨਮ ਦਿੱਤਾ। ਤੇ ਉਹ ਜਦੋਂ ਪੁੱਛਦੇ ਨੇ ਡਾਕਟਰ ਕਹਿੰਦੇ ਵੀ ਬੱਚੇ ਦਾ ਨਾਮ ਕੀ ਰੱਖੋਗੇ, ਹੁਣ ਉਹ ਸਿੰਘਾਂ ਨੇ ਉਹਨੂੰ ਕਿਤੇ ਲਿਜਾ ਕੇ ਵੀ ਵਾਸਾ ਕਰਾਉਣਾ ਸੀ ਜਾਂ ਘਰ ਬਣਾ ਕੇ ਜਾਂ ਕਿਤੇ ਵੀ ਉਹਨਾਂ ਨੂੰ ਜ਼ਿੰਮੇਵਾਰੀ ਲਈ ਸੀ ਵੀ ਆਪਾਂ ਇਹਨਾਂ ਨੂੰ ਹੁਣ ਸੇਵਾ ਕਰਾਉਣਾ ਕਿਤੇ। ਉਹ ਫਿਰ ਸਾਹਮਣੇ ਜਿਹੜੇ ਸਿੰਘ ਖੜੇ ਸੀ ਉਹਨਾਂ ਵੱਲ ਵੇਖ ਕੇ ਕਹਿੰਦੀ ਇਹਨਾਂ ਦਾ ਜੋ ਨਾਂ ਹੈ ਨਾ, ਮੈਂ ਬੱਚੇ ਦਾ ਨਾਂ ਉਹੀ ਰੱਖਣਾ ਹੈ, ਵੀ ਇਹਨਾਂ ਕਰਕੇ ਮੈਂ ਤੇ ਮੇਰਾ ਬੱਚਾ ਬਚੇ ਹੈ। ਤੇ ਉਹ ਫਿਰ ਉਹ ਰੋ ਕੇ ਕਹਿੰਦੀ ਇਹੀ ਤੇ ਗੁਰੂ ਆਏ ਨੇ ਮੇਰੇ ਵਾਸਤੇ, ਵੀ ਸੁਣਿਆ ਸੀ ਇਹਨਾਂ ਦੇ ਗੁਰੂ ਬੜੇ ਦਇਆਵਾਨ ਨੇ, ਇਹਨਾਂ ਚੋਂ ਮੈਨੂੰ ਗੁਰੂ ਨਜ਼ਰ ਆਇਆ। ਜਿੱਦਣ ਸਿੱਖ ਚ ਗੁਰੂ ਵਾਲੇ ਗੁਣ ਆ ਜਾਣ ਨਾ ਤੇ ਗੁਰਮੁਖ ਕਰੋ, ਲੋਕਾਂ ਨੂੰ ਸਾਡੇ ਗੁਰੂ ਯਾਦ ਆਉਂਦੇ। ਜਦੋਂ ਇਹ ਕਿਤੇ ਕੋਈ ਸੁਨਾਮੀ ਆ ਗਈ, ਕੋਈ ਕਿਤੇ ਕੁਦਰਤੀ ਆਫਤ ਆ ਗਈ, ਜਦੋਂ ਸਿੱਖ ਪਹੁੰਚ ਜਾਂਦੇ ਨੇ ਉੱਥੋਂ ਦੇ ਲੋਕ ਹੱਥ ਜੋੜ ਕੇ ਖੜ ਜਾਂਦੇ, ਕਹਿੰਦੇ ਬਾਬੇ ਨਾਨਕ ਦੇ ਵਾਰਸ ਨੇ। ਸਿੰਘਾਂ ਦੇ ਖਾਲਸੇ ਦੇ ਰਾਹੀਂ ਉਹਨਾਂ ਨੂੰ ਗੁਰੂ ਚੇਤੇ ਆਉਂਦਾ, ਕਿਉਂਕਿ ਗੁਰੂ ਵਾਲੇ ਗੁਣ ਉਹਨਾਂ ਦੇ ਵਿੱਚ ਦੀ ਪ੍ਰਗਟ ਹੋ ਰਹੇ ਹੈ। ਮਰਦ ਕਹਿੰਦੇ ਹੈ ਵੀ ਉਦਕ ਸਮੁੰਦ ਸਲਲ ਕੀ ਸਾਖਿਆ, ਨਦੀ ਤਰੰਗ ਸਮਾਵਾਂਗੇ, ਸੁਨੈ ਸੁਨ ਮਿਲਿਆ ਸਭ ਦਰਸੀ, ਪਵਨ ਰੂਪ ਹੋਏ ਜਾਵਾਂਗੇ, ਬਹੁਤ ਹਮ ਕਾਹੇ ਆਵਾਂਗੇ, ਆਪਨ ਜਾਣਾ ਹੁਕਮ ਤਿਸੇ ਕਾ ਹੁਕਮ ਹੈ, ਬੁੱਝ ਸਮਾਵਾਂਗੇ। ਆਉਣਾ ਜਾਣਾ ਉਹਦਾ ਹੁਕਮ ਹੈ, ਉਹਦੇ ਹੁਕਮ ਨੂੰ ਬੁੱਝ ਕੇ ਅਸੀਂ ਉਹਦੇ ਚ ਸਮਾ ਜਾਣਾ। ਜੋ ਪ੍ਰਾਨੀ ਨਿਸ ਦਿਨ ਭਜੈ, ਰੂਪ ਰਾਮ ਤਿਹ ਜਾਣ, ਹੁਕਮ ਹੈ ਬੁੱਝ ਸਮਾਵਾਂਗੇ। ਕਹਿੰਦੇ ਉਹਦੇ ਵਿੱਚ ਹੀ ਅਸੀਂ ਸਮਾ ਜਾਣਾ। ਉਹ ਪਰਮਾਤਮਾ ਤੇ ਆਤਮਾ ਚ ਕੋਈ ਅੰਤਰ ਨਹੀਂ ਹੈ। ਆਤਮਾ ਪ੍ਰਾਤਮਾ ਇੱਕੋ ਕਰੇ। ਗੁਰੂ ਆਤਮਾ ਰੱਬ ਨਾਲੋਂ ਵਿਛੜੀ ਹੈ, ਲਹਿਰ ਰੂਪ ਚ ਹੈ, ਸਮੁੰਦਰ ਰੂਪ ਹੋਣਾ ਸੀ ਜੀ। ਲਹਿਰ ਰੂਪ ਚ ਹੈ, ਸਮੁੰਦਰ ਰੂਪ ਅਸੀਂ ਹੋਣਾ ਹੈ। ਮਹਾਰਾਜ ਨੇ ਬਹੁਤ ਪਿਆਰੇ ਬਚਨ ਕਹਿ ਕੇ ਸਾਨੂੰ ਸਮਝਾਇਆ, ਭਲਿਓ ਅਸੀਂ ਉਸ ਪਰਮਾਤਮਾ ਦੀ ਅੰਸ਼ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਬੰਦੇ, ਆਪਣੇ ਮੂਲ ਦੀ ਪਛਾਣ ਕਰ, ਤੇਰੇ ਤੇ ਰੱਬ ਚ ਅੰਤਰ ਕੋਈ ਨਹੀਂ ਹੈ। ਹਾਂ ਕਰਮਾਂ ਕਰਕੇ ਅਸੀਂ ਰੱਬ ਤੋਂ ਦੂਰ ਨਿਕਲ ਆਏ। ਮਹਾਰਾਜ ਨੇ ਬਚਨ ਕਹੇ, ਉਦਨ ਵਿਚਾਰ ਆਪਾਂ ਕੀਤੀ ਮਹੀਨੇ ਵਾਲੇ ਦਿਨ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ, ਚਾਰ ਕੁੰਟ ਦੈ ਦਿਸ ਭ੍ਰਮੈ, ਥੱਕ ਆਏ ਪ੍ਰਭ ਕੀ। ਅਸੀਂ ਥੱਕ ਕੇ ਆ ਗਏ ਗੁਰੂ ਸਾਹਿਬ ਜੀ, ਹੁਣ ਕਿਰਪਾ ਵਰਤ ਜੇ, ਵੀ ਜੋ ਪ੍ਰਾਨੀ ਦਿਸ ਦਿਨ ਭਜੈ। ਦਿਨ ਰਾਤ ਗੁਰੂ ਨੇ ਉਦਮ ਦੇਣਾ ਹੈ ਜੀ, ਦਿਨ ਰਾਤ ਪ੍ਰਾਨੀ ਨਹੀਂ ਭੱਜ ਸਕਦਾ ਜੋ ਗੁਰੂ ਅੰਗ ਸੰਗ ਨਹੀਂ। ਤੇ ਜਿਹੜੇ ਭੱਜਦੇ ਨੇ ਜਪਦੇ ਨੇ ਦਿਨ ਰਾਤ, ਜਪਣਾ ਇਹਦੀ ਰਸਨਾ ਤੋਂ ਜਪਦੇ ਆ, ਜਿਹੜੀ ਉਹਦੀ ਰਜ਼ਾ ਚ ਚੱਲਦੇ ਦਿਨ ਰਾਤ, ਉਹ ਰਾਮ ਦਾ ਰੂਪ, ਰਾਮ ਰੱਬ ਰੂਪ ਹੋ ਨਿਕਲ। ਜਿਹਨੂੰ ਜਪੋਗੇ ਉਹੋ ਜਿਹੇ ਤੁਸੀਂ ਹੋ ਜਾਣਾ, ਜਿਹਨੂੰ ਮਰਜ਼ੀ ਜਪਣਾ ਸ਼ੁਰੂ ਕਰ ਦਿਓ ਉਹੋ ਜਿਹੇ। ਬੱਚਾ ਮਾਂ ਪਿਓ ਦੇ ਬਹੁਤਾ ਨੇੜੇ ਰਹਿੰਦਾ ਨਾ, ਤੇ ਮਾਂ ਪਿਓ ਨੂੰ ਸੁਣਦਾ ਸਮਝਦਾ, ਉਹ ਬੱਚੇ 'ਚ ਮਾਂ ਪਿਓ ਵਰਗੇ। ਕਈ ਵਾਰੀ ਆਪਾਂ ਸ਼ਬਦ ਵਰਤਦੇ ਆਪਣੇ ਬਾਪ ਬਣ ਗਈ ਨਿਰਾ, ਬਾਪ ਵਾਲੇ ਗੁਣ ਉਹਦੇ 'ਚੋਂ ਨਜ਼ਰ ਆਏ ਤਾਂ ਬਾਪ ਵਰਗਾ ਉਹਨੂੰ ਕਿਹਾ। ਜਦ ਬੋਲੀ ਕਿਸੇ ਦੀ ਸ਼ੈਲੀ ਬਾਪ ਵਰਗੀ ਹੋ ਸਕਦੀ ਹੈ। ਉਹਨੂੰ ਕਿਹਾ ਜੇ ਰੱਬ ਵਾਲੀ ਬੋਲੀ ਸਾਡੀ ਹੋ ਗਈ ਨਾ, ਸਾਨੂੰ ਵੀ ਰੱਬ ਵਰਗੇ ਲੋਕਾਂ ਨੇ ਕਹਿਣਾ। ਜਿੱਦਣ ਸਾਡੀ ਰਹਿਤ ਬਹਿਤ ਚੰਗੀ ਹੋ ਗਈ ਨਾ, ਜੋ ਗੁਰੂ ਸਾਹਿਬ ਜੀ ਦੱਸਦੇ, ਫਿਰ ਤੇ ਅੰਤਰ ਹੀ ਕੋਈ ਨਹੀਂ ਹੈ। ਜਿਹੜੇ ਦਿਨ ਰਾਤ ਪ੍ਰਮਾਤਮਾ ਨੂੰ ਜਪਦੇ ਭਾਈ, ਉਹ ਰੱਬ ਰੂਪ ਹੋ ਨਿਪੜਦੇ ਨੇ। ਰੂਪ ਰਾਮ ਤਿਹ ਜਾਣ ਭਾਈ, ਉਹਨਾਂ ਨੂੰ ਰਾਮ ਦਾ ਰੂਪ ਹੀ ਜਾਣਨਾ ਕਰੋ। ਹਰ ਜਨ ਹਰ ਅੰਤਰ ਨਹੀਂ। ਮਹਾਰਾਜ ਕਹਿੰਦੇ ਹਰ ਜਨ ਤੇ ਹਰ ਦੇ ਅੰਦਰ ਫਿਰ ਕੋਈ ਅੰਤਰ ਨਹੀਂ ਜੇ ਰਹਿੰਦਾ। ਹਰ ਦਾ ਜਨ, ਹਰ ਕਾ ਸੇਵਕ ਹਰੀ ਜਿਹਾ, ਹਰੀ ਦਾ ਸੇਵਕ ਹਰ ਵਰਗਾ ਗੁਣ ਆ ਗਏ ਨਾ ਉਹਦੇ ਵਾਲੇ, ਉਹਦੇ ਵਾਲੇ ਗੁਣ ਆ ਜਾਂਦੇ ਆ, ਤੇ ਫਿਰ ਕੋਈ ਪਛਾਣ ਵੀ ਨਹੀਂ ਸਕਦਾ ਹੈ। ਭਾਈ ਬਿਧੀ ਚੰਦ ਨੂੰ ਨਾ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਸੀ, ਭਾਈ ਬਿਧੀ ਚੰਦ ਬਹੁਤ ਪਿਆਰਾ ਸਿੱਖ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ। ਤੇ ਸਤਿਗੁਰਾਂ ਨੇ ਇੱਥੋਂ ਤੱਕ ਸਿੱਖਾਂ ਨੂੰ ਵੀ ਬਚਨ ਕਹਿ ਦਿੱਤੇ ਸੀ, ਸਾਡੇ ਤੇ ਭਾਈ ਬਿਧੀ ਚੰਦ ਤੇ ਜਿਹੜਾ ਅੰਤਰ ਸਮਝੇਗਾ ਨਾ, ਉਹ ਸਾਡੀ ਖੁਸ਼ੀ ਦਾ ਪਾਤਰ ਨਹੀਂ ਜੇ ਬਣੇਗਾ। ਬਿਧੀ ਚੰਦ ਮੇਰਾ ਰੂਪ ਹੋ ਗਿਆ। ਰੱਬ ਕਿਸੇ ਨੂੰ ਕਹਿ ਦੇ ਵੀ ਇਹ ਮੇਰੇ ਵਰਗਾ ਹੋ ਗਿਆ, ਬੜੀ ਵੱਡੀ ਗੱਲ ਹੈ। ਗੁਰੂ ਕਿਸੇ ਨੂੰ ਕਹਿ ਦੇ ਮੇਰੇ ਵਰਗਾ ਹੋ ਗਿਆ, ਬੜੀ ਵੱਡੀ ਗੱਲ ਹੈ। ਬਿਧੀ ਚੰਦ ਸੀਨਾ ਗੁਰੂ ਕਾ ਸੀਨਾ, ਇਹ ਗੱਲ ਕਹਿਣੀ ਤੇ ਆਪਣਾ ਰੂਪ ਕਹਿਣਾ ਹੈ। ਮਹਾਰਾਜ ਨੇ ਬਿਧੀ ਚੰਦ ਸਾਡੇ ਦਿਲ ਦੇ ਅੰਦਰ ਹੈ। ਅਸੀਂ ਤੇ ਜਪਣਾ ਦਿਨ ਰਾਤ, ਗੁਰੂ ਗੁਰੂ ਕਰੀਏ, ਰੱਬ ਰੱਬ
ਜਪੀਏ, ਵਾਹਿਗੁਰੂ ਵਾਹਿਗੁਰੂ ਕਰੀਏ, ਬਹੁਤ ਹੀ ਵੱਡੀ ਗੱਲ ਨੇ। ਵਾਹਿਗੁਰੂ ਕਿਸੇ ਦੇ ਅੰਦਰ ਆਣ ਕੇ ਬੈਠ ਜੇ, ਬਹੁਤ ਵੱਡੀ ਗੱਲ ਹੈ। ਅਸੀਂ ਕਹੀਏ ਮੈਂ ਰੱਬ ਵਰਗਾ ਹੋਣਾ ਹੈ, ਇਹ ਕੋਈ ਵੱਡੀ ਗੱਲ ਨਹੀਂ। ਕੋਈ ਸਮਝੀ ਜਾਏ ਮੈਂ ਬੜਾ ਪਿਆਰਾ ਨਜ਼ਦੀਕੀ ਹੈ, ਰੱਬ ਗੁਰੂ ਕਿਸੇ ਨੂੰ ਕਹਦੇ ਮੇਰੇ ਵਰਗਾ, ਇਹ ਤੇ ਬਹੁਤ ਵੱਡੀ ਗੱਲ ਹੈ। ਇਹ ਤੇ ਬਹੁਤ ਵੱਡੀ ਗੱਲ ਹੈ। ਤੇ ਗੁਣਾ ਕਰਕੇ ਉਹਦੇ ਵਰਗਾ ਹੋਇਆ ਜਾ ਸਕਦਾ, ਹੋਰ ਕਿਸੇ ਤਰੀਕੇ ਨਾਲ ਨਹੀਂ। ਕੱਪੜੇ ਪਾਇਆ ਨਹੀਂ ਅਸੀਂ ਹੋ ਸਕਦੇ ਵੀ ਮੈਂ ਬਾਣਾ ਕੱਪੜਾ ਇਹੋ ਜਿਹਾ ਪਾ ਲਿਆ ਤੇ ਮੈਂ ਹੁਣ ਇਹੋ ਜਿਹਾ ਬਣ ਗਿਆ। ਇਹ ਕੱਪੜੇ ਨਹੀਂ, ਤੇ ਸੰਤ ਰਹਿਤ ਸੁਣੋ ਮੇਰੇ ਭਾਈ ਹੈ। ਸੰਤਾਂ ਦੀ ਰਹਿਤ ਜਿਨ੍ਹਾਂ ਸਾਸ ਗਰਾਸ ਨਾ ਬਿਸਰੈ, ਹਰ ਨਾਮਾ ਮਨ ਮੰਤ ਧਨ ਸੇ ਸਹੀ, ਨਾਨਕਾ ਪੂਰਨ ਸੋਈ। ਤੇ ਜਿਨ੍ਹਾਂ ਦੇ ਇਹੋ ਜਿਹੇ ਗੁਣ, ਫਿਰ ਉਹ ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ, ਉਹ ਫਿਰ ਜਨ ਵੀ ਉਧਰ ਜਾਂਦੇ ਆ। ਮਹਾਰਾਜ ਕਹਿੰਦੇ ਹਰ ਜਨ ਹਰ ਅੰਤਰ ਨਹੀਂ। ਹਰ ਜਨ ਦੇ ਵਿੱਚ ਤੇ ਹਰ ਦੇ ਵਿੱਚ ਭਾਈ ਫਿਰ ਕੋਈ ਅੰਤਰ ਨਹੀਂ ਰਹਿੰਦਾ ਹੈ। ਨਾਨਕ ਸੱਚੇ ਮਾਨ। ਮਹਾਰਾਜ ਕਹਿੰਦੇ ਨਾਨਕ ਸੱਚੀ ਗੱਲ ਮੰਨੇ, ਇਹ ਗੱਲ ਸੱਚੀ ਹੈ ਵੀ ਰੱਬ ਦੇ ਪਿਆਰਿਆਂ 'ਚ ਕੋਈ ਅੰਤਰ ਨਹੀਂ ਹੈ। ਗੁਰੂ ਤੇ ਉਹਦੇ ਸਿੱਖਾਂ 'ਚ ਜਿਹੜੇ ਗੁਰੂ ਵਰਗ ਗੁਣ ਧਾਰਨ ਕਰ ਲੈਂਦੇ ਉਹਨਾਂ 'ਚ ਕੋਈ ਅੰਤਰ ਨਹੀਂ। ਇਹਨੂੰ ਸੱਚ ਕਰਕੇ ਮੰਨ ਲਾ ਵੀ ਹੋ ਜਾਂਦਾ ਹੈ ਸਾਰਾ। ਗੁਰਮੁਖੋ ਅਸੀਂ ਜਿੱਥੇ ਖੜੇ ਨਾ, ਅਸੀਂ ਵੀ ਮੈਂ ਨਹੀਂ ਜੁੜਿਆ, ਮੈਂ ਵਿਖਾਵਾ ਕਰਦਾ, ਮੈਂ ਸਾਰਿਆਂ ਨੂੰ ਆਪਣੇ ਵਰਗੇ ਸਮਝਣਾ। ਮੈਨੂੰ ਐ ਲੱਗਣਾ ਕੋਈ ਜੁੜਿਆ ਹੀ ਨਹੀਂ ਸੰਸਾਰ ਦੇ ਅੰਦਰ। ਜਿਹੜੇ ਜੁੜੇ ਨੇ ਉਹ ਕਹਿੰਦੇ ਆ ਸਾਰੇ ਹੀ ਰੱਬ ਨੂੰ ਜਪਦੇ ਆ। ਗੱਲ ਤੇ ਜੇ ਮੈਨੂੰ ਕੋਈ ਅੱਜ ਨਜ਼ਰ ਨਹੀਂ ਨਾ ਆਉਂਦਾ ਕੋਈ ਨਹੀਂ ਜੁੜਿਆ, ਤਾਂ ਮਤਲਬ ਮੈਂ ਵੀ ਨਹੀਂ ਜੇ ਜੁੜਿਆ। ਤੇ ਜਿਹੜੇ ਜੁੜ ਜਾਂਦੇ ਨੇ ਉਹ ਕਹਿੰਦੇ ਸਾਰੇ ਜੁੜੇ ਆ, ਵੀ ਉਹਨਾਂ ਨੂੰ ਆਪਣੇ ਵਰਗੇ ਲੱਭਦੇ ਆ ਨਾ, ਵੀ ਜਪਣ ਵਾਲੇ ਫਿਰੋ, ਉਹਨਾਂ ਦਾ ਸੰਗ ਵੀ ਫਿਰੋ ਨਾ। ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ, ਸੰਸਾਰੀ ਬੰਦਾ ਸੰਸਾਰੀ ਬੰਦੇ ਨਾਲ ਜੋੜ ਰੱਖਦਾ ਹੈ। ਮਿੱਤਰਤਾ ਤੇ ਉਹ ਜਿਹੋ ਜਿਹਾ ਬੰਦਾ ਆਪ ਹੁੰਦਾ ਨਾ, ਕਿਸੇ ਦਾ ਪਤਾ ਕਰਨਾ ਹੋਵੇ ਕਿਹੋ ਜਿਹਾ ਉਹਦੇ ਮਿੱਤਰ ਵੇਖ ਲਓ, ਦੋਸਤ ਕਿਹੋ ਜਿਹੇ ਨੇ, ਉੱਥੋਂ ਤੁਹਾਨੂੰ ਬੰਦੇ ਦੀ ਕੁਆਲਿਟੀ ਦਾ ਅੰਦਰ ਦਾ ਪਤਾ ਲੱਗ ਜਾਏਗਾ ਕਿਹੋ ਜਿਹਾ। ਤੇ ਜੇ ਤੁਸੀਂ ਕਿਸੇ ਬੰਦੇ ਨੂੰ ਵੇਖਣਾ ਇਹਦੇ 'ਚ ਰੱਬ ਹੈ ਕਿ ਨਹੀਂ, ਉਹਦੇ ਗੁਣ ਵੇਖੋ, ਇਹਦੇ 'ਚ ਗੁਣ ਕਿਹੋ ਜਿਹੇ ਆ, ਤੁਹਾਡੇ ਨਾਲ ਵਿਚਰਦਾ ਕਿਵੇਂ ਹੈ। ਤੁਸੀਂ 2 ਘੰਟੇ ਕਿਸੇ ਬੰਦੇ ਕੋਲ ਬੈਠ ਜਾਓ, ਉਹ ਤੁਹਾਡੇ ਨਾਲ ਬੇਸ਼ੱਕ ਗੱਲ ਨਾ ਕਦੇ ਦੂਸਰੇ ਪਰਿਵਾਰ ਨਾਲ, ਉਹ ਹੋਰ ਕਿਸੇ ਆਏ ਗਏ ਨਾਲ ਵਿਚਰੇ, ਤੁਹਾਨੂੰ ਉਹਦੀ ਬਿਰਤੀ ਦਾ ਪਤਾ ਲੱਗ ਜਾਂਦਾ ਬੰਦਾ ਕਿੱਥੇ ਖੜਾ, ਕਿੰਨੀ ਕਿ ਇਹਦੇ ਅੰਦਰ ਸੱਚਾਈ ਹੈ ਜਾਂ ਕਿੱਥੇ ਉਹ ਕਿਸੇ ਦੇ ਕੋਲ ਬੈਠਿਆ ਨਾ, ਕਿਸੇ ਦੀ ਅੰਦਰ ਦੀ ਸੁਰਤ ਦਾ ਪਤਾ ਲੱਗ ਜਾਂਦਾ ਕਿੱਥੇ ਕਿੰਨੀ ਕੁੱਚੀ ਹੈ। ਗੁਰੂ ਸਾਹਿਬ ਕੋਲ ਅਸੀਂ ਇਸ ਕਰਕੇ ਬੈਠਦੇ ਹਾਂ, ਗੁਰੂ ਬਹੁਤ ਵੱਡਾ ਹੈ, ਅਸੀਂ ਵੀ ਵੱਡੇ ਬਣ ਜਾਈਏ। ਜਿਸ ਪਾਸ ਬੈਠਿਆ ਸੋਈਏ ਸਭਨਾਂ ਦਾ, ਜਿਹਦੇ ਤੇ ਸਾਰੇ ਵਿਸ਼ਵਾਸ ਕਰਦੇ, ਅਸੀਂ ਸੋਈਏ ਹੀ ਨਾ, ਵੀ ਚੰਗੇ ਲੱਗੀਏ ਗੁਰੂ ਕੋਲ ਬੈਠੇ, ਚੰਗੇ ਬਣ ਵੀ ਜਾਈਏ ਗੁਰੂ ਵਰਗੇ। ਗੁਰੂ ਵਾਲੇ ਗੁਣ ਆਦਰ ਸਾਡੇ ਅੰਦਰ। ਅਸੀਂ ਕੋਈ ਫਾਰਮੈਲਿਟੀ ਵੈਸੇ ਥੋੜੀ ਆਉਣੇ ਵੀ ਚਲੋ 4-10 ਮਿੰਟ ਬੈਠਾਂਗੇ ਤੇ ਅਸੀਂ ਸੋਹਣੇ ਲੱਗਾਂਗੇ ਜੀ, ਤਾਂ ਲੋਕ ਸੰਗਤ ਵੇਖ ਕੇ ਕਹੇ ਕਿ ਵੀ ਹਾਜ਼ਰੀ ਭਰਦਾ। ਨਹੀਂ, ਅਸੀਂ ਚੰਗੇ ਬਣਨ ਆਉਣੇ ਆ, ਅਸੀਂ ਸਿੱਖਣ ਆਉਣੇ ਆ। ਸਤ ਸੰਗਤ ਸਤਿਗੁਰ ਚਟਸਾਲ ਹੈ, ਜੇ ਤਿਹਾਰ ਗੁਣ ਸਿੱਖਾ ਭੂਲੇ ਮਾਰਗ ਜਿਨਹਿ ਬਤਾਇਆ ਦਾ, ਗੁਰ ਮਿਲ ਚੱਜ ਅਚਾਲ ਸਿੱਖ ਤੁਧ ਕਦੇ ਨਾ ਲੱਗੇ ਦੁੱਖ। ਭਾਈ ਲੈਣਾ 7 ਸਾਲ ਹੀ ਰਹੇ ਗੁਰੂ ਨਾਨਕ ਸਾਹਿਬ ਦੀ ਹਜ਼ੂਰੀ 'ਚ, ਗੁਰੂ ਨਾਨਕ ਸਾਹਿਬ ਹੀ ਹੋ ਗਏ। ਗੁਰੂ ਅਮਰਦਾਸ ਮਹਾਰਾਜ 12 ਸਾਲ ਗੁਰੂ ਅੰਗਦ ਸਾਹਿਬ ਦੀ ਸੇਵਾ ਕਰਦੇ ਨੇ, ਗੁਰੂ ਅੰਗਦ ਸਾਹਿਬ ਦਾ ਰੂਪ ਹੋ ਗਏ। ਕਦੇ ਬੈਠੇ ਸੋਹਣੇ ਸੀ ਲੱਗੇ, ਉਹ ਬਣ ਗਏ ਜਿਹੋ ਜਿਹੇ ਗੁਰੂ ਸਾਹਿਬ ਸਨ, ਜਿਹਦੇ ਕੋਲ ਰਹੇ ਉਹੋ ਜਿਹੇ ਬਣ ਗਏ। ਗੁਰੂ ਅਮਰਦਾਸ ਮਹਾਰਾਜ ਦੇ ਕੋਲ ਗੁਰੂ ਰਾਮਦਾਸ ਜੀ ਰਹੇ, ਜਵਾਈ ਵੀ ਬਣੇ, ਉਹ ਗੁਰੂ ਅਮਰਦਾਸ ਮਹਾਰਾਜ ਵਰਗੇ ਹੋ ਨਿਬੜੇ। ਗੁਰੂ ਰਾਮਦਾਸ ਜੀ ਦੇ 3 ਪੁੱਤਰ ਸਨ, ਬਾਬਾ ਪ੍ਰਿਥੀ ਚੰਦ ਤੇ ਠੀਕ ਨਹੀਂ ਹੈ। ਉਹ ਇੱਕ ਸ਼ਬਦ ਵਰਤਦੇ ਆ, ਉਹ ਚੰਗਿਆਂ ਚੋਂ ਵੀ ਬੁਰੇ ਨਿਕਲ ਆਉਂਦੇ। ਇੱਕ ਉਹ ਕੱਲ ਦਾਸ ਨੇ ਬੇਨਤੀ ਕੀਤੀ ਸੀ, ਰਨਾਕਸ਼ ਦੇ ਘਰੇ ਪੁੱਤਰ ਵੀ ਪ੍ਰਹਿਲਾਦ ਹੋ ਸਕਦਾ ਹੈ। ਗੁਰੂ ਰਾਮਦਾਸ ਜੀ ਦਾ ਵੱਡਾ ਪੁੱਤਰ ਬਹੁਤ ਈਰਖਾ ਕਰਦਾ ਬਾਬਾ ਪ੍ਰਿਥੀ ਚੰਦ, ਤੇ ਗੁਰੂ ਅਰਜਨ ਸਾਹਿਬ ਗੁਰੂ ਰਾਮਦਾਸ ਜੀ ਦਾ ਰੂਪ ਹੀ ਹੋ ਗਏ। ਸਾਰਿਆਂ ਤੇ ਬਖਸ਼ਿਸ਼ ਨਹੀਂ ਨਾ ਵਰਤਦੀ ਹੈ। ਹੁਣ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਇੱਕ ਪੋਤੇ ਮਹਾਰਾਜ ਨੇ 2 ਸਰੀਰਾਂ ਤੋਂ ਪੁੱਛਿਆ, ਬਾਬਾ ਬੁੱਢਾ ਭਾਈ ਗੁਰਦਾਸ ਜੀ ਤੋਂ ਗੁਰਤਾ ਗੱਦੀ ਦੇਣ ਲੱਗਿਆ, ਤੇ ਬਾਬਾ ਬੁੱਢਾ ਭਾਈ ਗੁਰਦਾਸ ਜੀ ਨੇ ਜਿਹੜੇ ਜੁੜੇ ਸਨ ਉਹਨਾਂ ਨੇ ਕਿਹਾ ਜੀ ਤੁਹਾਡਾ ਰੂਪ ਹੀ ਹੈ, ਤੁਹਾਡਾ ਪੁੱਤਰ ਉਮਰ ਭਾਵੇਂ 11 ਸਾਲ ਦੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਗੁਰੂ ਅਰਜਨ ਸਾਹਿਬ ਵਰਗੇ ਹੋ ਗਏ। ਹੁਣ ਗੁਰੂ ਅਰਜਨ ਸਾਹਿਬ ਜੀ ਦੇ ਗਾਂ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਦੇ 5 ਪੁੱਤਰ ਨੇ। ਜਦੋਂ ਗੁਰਤਾ ਗੱਦੀ ਦੇਣੀ ਵੇਖਿਆ ਵੀ ਉਹ ਸਾਡੇ ਵਰਗੇ ਨਹੀਂ ਹੈ ਗੁਣ, ਪੋਤਰੇ ਨੂੰ ਗੁਰਤਾ ਗੱਦੀ ਦਿੱਤੀ ਹੈ। ਬਖਸ਼ਿਸ਼ ਸਾਰਿਆਂ ਤੇ ਨਹੀਂ ਨਾ ਵਰਤਦੀ।
ਰੱਬ ਵਰਗੇ ਸਾਰੇ ਤੇ ਨਹੀਂ ਬਣ ਸਕਦੇ ਐ, ਬਹੁਤੇ ਦੂਰੋਂ ਆ ਕੇ ਰੱਬ ਵਰਗੇ ਬਣ ਕੇ ਘਰੇ ਰਹਿਣ ਵਾਲੇ ਗੁਰੂ ਨਾਲ ਨਫ਼ਰਤ ਬਹੁਤ ਕਰਦੇ ਰਹੇ। ਇਹ ਵੀ ਬਖਸ਼ਿਸ਼ ਵਰਤਦੀ ਹੈ। ਇਹਦੇ ਜਿਹੜੇ ਅਰਥ ਕੱਢ ਲਈ ਹੁਣ ਤੁਸੀਂ ਸਮਝਦੇ ਹੋਗੇ ਮੈਂ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਜ਼ਿਆਦਾ ਬੈਠਾ, ਮੈਂ ਜੁੜਿਆ ਹੋਊਗਾ, ਹੋ ਸਕਦਾ ਤੁਹਾਡੇ ਚੋਂ ਕੋਈ ਮੇਰੇ ਨਾਲੋਂ ਜ਼ਿਆਦਾ ਜੁੜਿਆ ਹੈ। ਜ਼ਰੂਰੀ ਨਹੀਂ ਹੈ ਵੀ ਕੋਲ ਰਹਿਣ ਦਾ ਤੇ ਬਾਬਾ ਪ੍ਰਿਥੀ ਚੰਦ ਵੀ ਬੜਾ ਹੈ, ਪਰ ਬਖਸ਼ਿਸ਼ ਸਾਰੇ ਨਹੀਂ ਹੋ ਸਕਦੇ। ਗੁਰੂ ਵਰਗੇ ਦੇ ਸਾਰੇ ਗੁਣ ਨਹੀਂ ਸਾਰੇ ਧਾਰਨ ਕਰ ਸਕਦੇ। ਕਈਆਂ ਦਾ ਵਰਤ ਜਿਹੋ ਜਿਹਾ ਬਰਤਨ ਹੋਏਗਾ ਦਾਤ ਤੇ ਉਹੋ ਜਿਹੀ ਪਏਗੀ ਨਾ। ਦੁੱਧ ਲੈਣ ਜਾਂਦੇ ਹੋ, ਬਰਤਨ ਕਿੰਨਾ ਸਾਫ਼ ਲਿਜਾਂਦੇ, ਭਾਂਡਾ ਧੋਵੋ, ਬੈਸ ਧੂਪ ਦੇਵੋ, ਤੋ ਦੂਧ ਦੇ ਕੋ ਜਾਓ। ਤੇ ਜੇ ਨਾਮ ਹੀ ਨਹੀਂ ਟਿਕਣ ਵਾਲਾ, ਗੁਰੂ ਦਾ ਉਪਦੇਸ਼ ਹਿਰਦਾ ਹੀ ਨਹੀਂ ਉਹੋ ਜਿਹਾ, ਤੇ ਦੱਸੋ ਕਿਵੇਂ ਫਿਰ ਗੁਰੂ ਵਰਗੇ ਵੀ ਬਣਾਂਗੇ? ਰੱਬ ਦਾ ਨਾਮ ਕਿਵੇਂ ਟਿਕੇਗਾ ਅੰਦਰ? ਮਹਾਰਾਜ ਕਹਿੰਦੇ ਨਾਨਕ ਸਾਚੀ ਮਾਨ, ਇਸ ਗੱਲ ਨੂੰ ਸੱਚ ਕਰਕੇ ਮੰਨ, ਹਰ ਜਨ ਹਰ ਅੰਤਰ ਨਹੀਂ। ਰੱਬ ਦੇ ਭਗਤ ਚ ਤੇ ਰੱਬ ਚ ਕੋਈ ਅੰਤਰ ਨਹੀਂ ਹੈ, ਸੰਤ ਚ ਤੇ ਰੱਬ ਚ ਕੋਈ ਅੰਤਰ ਨਹੀਂ ਹੈ, ਸਾਧ ਤੇ ਰੱਬ ਚ ਤੇ ਗੁਰੂ ਤੇ ਰੱਬ ਚ ਕੋਈ ਅੰਤਰ ਨਹੀਂ ਹੈ। ਇਹ ਬਖਸ਼ਿਸ਼ ਵਰਤਦੀ ਹੈ। ਇਸ ਗੱਲ ਨੂੰ ਸੱਚ ਕਰਕੇ ਹੀ ਨਹੀਂ ਨਾਸਤਿਕ ਬਣਾ ਹੋਈਏ ਕਿ ਕੋਈ ਸੱਚਾ ਵੀ ਨਹੀਂ ਹੈਗਾ ਤੇ ਸਾਰਿਆਂ ਤੇ ਸ਼ਰਧਾ ਨਾ ਰੱਖੀਏ ਵੀ ਸਾਰੇ ਹੀ ਜੁੜੇ ਹੈ। ਇਹ ਆਪ ਚੰਗੇ ਬਣੀਏ, ਚੰਗੇ ਮਿਲਣਗੇ ਸੰਸਾਰ ਚੋਂ ਬੰਦੇ। ਫਿਰ ਬੰਦਾ ਇਸ ਰਸਤੇ ਤੇ ਚੱਲਿਆ ਚੱਲਿਆ ਇੱਕ ਦਿਨ ਬਹੁਤ ਨੇੜਤਾ ਪ੍ਰਾਪਤ ਕਰ ਦਿੰਦਾ। ਭੁੱਲਾਂ ਚੁੱਕਾਂ ਦੀ ਖਿਮਾ ਜੀ, ਸਮੂਹ ਸੰਗਤ ਦਾ ਧੰਨਵਾਦ। ਪਾਵਨ ਸ਼ਲੋਕ ਦੀ ਵਿਚਾਰ ਕਰਦਿਆਂ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ। ਸੰਗਤ ਤੇ ਸਤਿਗੁਰੂ ਬਖਸ਼ਣ ਯੋਗ ਬਖਸ਼ ਲੈਣਾ ਜੀ। ਭਾਈ ਇਹਨਾਂ ਸਥਾਨਾਂ ਦੀ ਸੇਵਾਕਾਰ ਸੇਵਾ ਵਾਲੇ ਮਹਾਂਪੁਰਖ ਬਾਬਾ ਜਗਤਾਰ ਸਿੰਘ ਜੀ ਕਰਵਾ ਰਹੇ ਹੈ।